गुण गोबिंद गायो नहीं, जन्म अकारथ कीन। कहो नानक हर भज मना, जेह बिद जल को मीन। गुण गोबिंद गायो नहीं, जन्म अकारथ कीन। कहो नानक हर भज मना, जेह बिद जल कौ मीन। ਨਵੀਨ ਭਾਗਾਂ ਵਿੱਚ ਅਤੇ ਸਰੂਪਾਂ ਵਿੱਚ ਕਉ ਪਾਠ ਕੱਕਾ ਊੜੇ ਔਂਕੜ ਦੇ ਨਾਲ ਛਪਿਆ ਹੈ, ਪਰ ਪ੍ਰਾਤਨ ਰੂਪ ਵਿੱਚ ਇਹ ਕੱਕੇ ਕਨੌੜੇ ਦੇ ਨਾਲ ਪਾਠ ਸ਼ੁੱਧ ਹੈ ਜੀ। ਸੰਗਤਾਂ ਨੋਟ ਕਰ ਲੈਣ, ਜਿਹੇ ਬਿਦ ਜਲ ਕਉ ਮੀਨ, ਕੱਕੇ ਕਨੌੜੇ ਦੇ ਨਾਲ ਇਹ ਪਾਠ ਹੈ। ਅੱਜ ਕੱਲ੍ਹ ਕੱਕਾ ਊੜੇ ਔਂਕੜ ਦੇ ਨਾਲ ਛਪ ਰਿਹਾ ਹੈ, ਕੱਕੇ ਨੂੰ ਕਨੌੜੇ ਦੇ ਨਾਲ ਇਹ ਪਾਠ ਸ਼ੁੱਧ ਹੈ। ਜਿਹੇ ਬਿਦ ਜਲ ਕਉ ਮੀਨ। कहो नानक हर भज मना, जेह बिद जल को मीन। बिख्यान स्यो काहे रच्यो, निमख ना हो हे उदास। कहो नानक भज हर मना, परै ना जम की फास। तरना पो यो ही गयो, लियो जरा तन जीत। ਤਰਨਾ ਪੋ ਇਉਂ ਸੰਬੰਧਕ ਕਰਕੇ ਇਹ ਪਾਠ ਹੋਵੇਗਾ, ਤਰਨਾਪੋ ਕਰਕੇ ਪਾਠ ਨਹੀਂ ਕਰਨਾ। ਤਰਨਾ ਬੋਲ ਕੇ ਤੇ ਨਾਲ ਪਾਓ। ਸੋ ਇਸ ਪ੍ਰਕਾਰ ਤਰਨਾ ਪੋ ਇਉ ਹੀ ਗਇਓ। ਹਾਂਜੀ, तरना पो यो ही गयो, लियो जरा तन जीत। कहो नानक भज हर मना, औद जात है बीत। बिरद भयो सूझै नहीं, काल पहुँच्यो आन। ਕਾਲ ਪਹੁੰਚਿਓ ਆਨ। ਪੱਪਾ ਹਾਹੇ ਨੂੰ ਦੁਲੈਂਕੜ ਪਹੁੰਚਿਓ, ਕਾਲ ਪਹੁੰਚਿਓ ਆਨ। कहो नानक नर बावरे, क्यों ना भजै भगवान। धन दारा ची जान। पतित उदाहरण पै हरन, हर अनाथ के नाथ। कहो नानक तिह जानिए, सदा बसत तुम साथ। तन तन जेह तो कौ दियो, तां स्यो नेहो ना कीन। कहो नानक नर बावरे, अब क्यों डोलत दीन। तन तन संपै सुख दियो, अर जेह नीके ताम। कहो नानक सुन रे मना, सिमरत काहे ना राम। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਆਮ ਤੌਰ 'ਤੇ ਪਾਠੀ ਸਿੰਘ ਇੱਥੇ ਸਿਮਰਤ ਇਉਂ ਬਹੁਤਾ ਕੱਸ ਕੇ ਬੋਲ ਜਾਂਦੇ ਹੈ, ਜੋ ਸੱਸੇ ਉੱਪਰ ਟਿੱਪੀ ਦੀ ਮਾਤਰਾ ਬਣ ਜਾਂਦੀ ਹੈ, ਉਹ ਗਲਤ ਉਚਾਰਨ ਹੈ। ਸਿਮਰਤ ਬਿਲਕੁਲ ਪੋਲਾ ਜਿਹਾ ਉਚਾਰਨ ਕਰਨਾ, ਸਿਮਰਤ ਕਾਹੇ ਨਾ ਰਾਮ। सब सुख दाता राम है, दूसर नाहिन कोय। कहो नानक सुन रे मना, तेह सिमरत गात होय। जेह सिमरत गात पाईऐ, तेह भज रे तै मीत। कहो नानक सुन रे मना, औद घटत है नीत। पाँच तत् को तन रच्यो, जानो चतुर सुजान। जेह ते उपज्यो नानका, लीन ताहे मैं मान। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਜਿਹ ਇਹ ਪਹਿਲਾਂ ਵੀ ਬੇਨਤੀ ਕੀਤੀ ਸੀ ਪਿਛਲੇ ਦਿਨਾਂ ਵਿੱਚ ਕਿ ਇੱਥੇ ਆਮ ਤੌਰ 'ਤੇ ਪਾਠੀ ਸਿੰਘ ਜਿਹ ਦੀ ਜਗ੍ਹਾ ਜਹ ਬੋਲ ਜਾਂਦੇ ਹੈ। ਬਹੁਤ ਵੱਡਾ ਇਹ ਫਰਕ ਪੈ ਜਾਂਦਾ ਹੈ ਅਰਥ ਵਿੱਚ। ਜਿਵੇਂ ਸੁਖਮਨੀ ਸਾਹਿਬ ਜੀ ਕੀ 6ਵੀਂ ਅਸ਼ਟਪਦੀ ਵੀ ਹੈ, ਜਿਹ ਪ੍ਰਸਾਦ ਛਤਿ ਹੀ ਅੰਮ੍ਰਿਤ ਖਾਹੇ। ਇਉਂ ਜਿਹ ਪ੍ਰਸਾਦ ਵਾਰ ਵਾਰ ਆਉਂਦਾ ਹੈ। ਅਤੇ ਆਮ
ਜਿਹੜਾ ਹੈ ਉਹ ਗਲਤ ਉਚਾਰਨ ਜਹ ਪ੍ਰਸਾਦ ਇਉਂ ਕੀਤਾ ਜਾਂਦਾ ਹੈ, ਇਹ ਗਲਤ ਉਚਾਰਨ ਹੈ। ਜੱਜੇ ਸਿਹਾਰੀ ਹਾਹਾ ਜਿਹ ਦਾ ਭਾਵ ਜਿਸ ਦੀ, ਜਿਸ ਦੇ। ਸੋ ਇਸ ਪ੍ਰਕਾਰ ਜਿਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤ। ਕਹੋ ਨਾਨਕ ਸੁਨ ਰੇ ਮਨਾ ਔਧ ਘਟਤ ਹੈ ਨੀਤ। ਪਾਂਚ ਤਤ ਕੋ ਤਨ ਰਚਿਓ ਜਾਨਹੁ ਚਤਰ ਸੁਜਾਨ। ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈਂ ਮਾਨ। ਘਾਟ ਘਾਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਕਹੋ ਨਾਨਕ ਤਿਹ ਭਜ ਮਨਾ ਭਉ ਨਿਧ ਉਤਰਹਿ ਪਾਰ। ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹਿ ਜਿਹ ਕੰਚਨ ਲੋਹ ਸਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਜਿਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ। ਕਹੋ ਨਾਨਕ ਸੁਨ ਰੇ ਮਨਾ ਤਿਹ ਨਰ ਮਾਥੈ ਭਾਗ। ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ। ਜਿਹ ਪ੍ਰਾਨੀ ਹਉ ਮੈਂ ਤਜੀ ਕਰਤਾ ਰਾਮ ਪਛਾਨ। ਕਹੋ ਨਾਨਕ ਵਹੁ ਮੁਕਤ ਨਰ ਇਹ ਮਨ ਸਾਚੀ ਮਾਨ। ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ। ਜਿਹਵਾ ਗੁਣ ਗੋਬਿੰਦ ਭਜਹੁ ਕਰਨ ਸੁਨਹੁ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ ਪਰਹਿ ਨ ਜਮ ਕੈ ਧਾਮ। ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ। ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਜੋ ਸੁਪਨਾ ਅਰ ਪੇਖਨਾ ਐਸੇ ਜਗ ਕਉ ਜਾਨ। ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਜੈਸੇ ਜਲ ਤੇ ਬੁਧ ਬੁਧਾ ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਪ੍ਰਾਨੀ ਕਛੂ ਨ ਚੇਤਈ ਮਦ ਮਾਇਆ ਕੈ ਅੰਧ। ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ। ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ। ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ। ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜੋ ਪ੍ਰਾਨੀ ਨਿਸ ਦਿਨ ਭਜੇ ਪਾਠ ਇੱਕ ਲਾਣ ਦੇ ਨਾਲ ਸ਼ੁੱਧ ਹੈ ਜੀ। ਜੋ ਪ੍ਰਾਨੀ ਨਿਸ ਦਿਨ ਭਜੇ
रूप राम तिह जान। हाँ, एक लाम दे नाल पढ़ दे। जो प्राणी निस दिन भजे रूप राम तिह जान। हर जन हर अंतर नहीं नानक साची मान। मन माया मैं फद रहयो बिसरियो गोबिंद नाम। कहो नानक बिन हर भजन जीवन कौने काम। प्राणी राम न चेतई मद माया कै अंध। कहो नानक हर भजन बिन परत ताहे जम फंद। सुख मैं बहु संगी भये दुख मैं संग न कोय। कहो नानक हर भज मना अंत सहाई होय। जन्म जन्म पर मत फिरयो मिट्यो न जम को त्रास। कहो नानक हर भज मना निर्भय पावह बास। जतन बहुत मैं कर रहयो मिट्यो न मन को मान। दुर्मत स्यो नानक फदयो राख लेहो भगवान। बाल जवानी अर बिरद फुन तीन अवस्था जान। कहो नानक हर भजन बिन बिरथा सब ही मान। करनो हो तो सो ना कियो परयो लोभ कै फंद। नानक समयो रम गयो अब क्यों रोवत अंध। मन माया मैं रम रहयो निकसत नाहिन मीत। नानक मूरत चितर ज्यो छाड़ित नाहन पीत। मन माया मैं रम रहयो निकसत नाहिन मीत। नानक मूरत चित्र जियो छाड़ित नाहन पीत। ये नाहन पाठ है। नन्हे कन्ना हाहा मुक्ता नन्हे सियारी। क्योंकि जिहड़ा छपिया है नवें भागां दे विच हाहे सियारी छपी है। ये पाठ हाहे सियारी नहीं है, नन्हे नूं सियारी है। छाड़ित नाहन पीत, छाड़ित नाहन पीत। नन्हे कन्ना हाहा मुक्ता नन्हे सियारी। हाँ जी। मन माया मैं राम रहयो निकसत नाहिन मीत। ये नाहिन इसे तरह ही है उपरली पंक्ति का। निकसत नाहिन मीत ये इसे तरह ही जिवें छपिया है। हाँ जी, अगली पंक्ति। नानक मूरत चित्र ज्यो छाड़ित नाहन पीत। ये नाहन है। हाँ जी। नर चाहत कछ और की और भई चितवत रहे ठगौर। नानक फांसी गल परी जतन बहुत सुख के किए दुख को कियो न कोय। कहो नानक सुन रे मना हर भावै सो होए। जगत भिखारी फिरत है सबको दाता राम। कहो नानक मन सिमर तिह पूरन हो वह काम। झूठै मान कहा करै जग सुपने जो जान। इनमै कछ तेरो नहीं नानक कहयो बखान। गर्भ करत है देह को बिन सै छिन मैं मीत। जेह प्राणी हर जस कहयो नानक तेह जग जीत। जेह घट सिमरन राम को सो नर मुक्ता जान। तेह नर हर अंतर नहीं नानक साची मान। एक भगत भगवान जेह प्राणी कै नाहे मान। जैसे सूकर स्वान नानक मानो ताहे तन। स्वामी को गृह जो सदा
ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ। ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤਿਹ ਜੋ ਕੁੰਚਰ ਇਸਨਾਨ। ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਨ। ਇਹ ਡਗਮਗੈ ਪਾਠ ਗੱਗੇ ਨੂੰ ਦੁਲਾਵਾਂ ਦੇ ਨਾਲ ਸ਼ੁੱਧ ਹੈ। ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਨ, ਦੁਲਾਵਾਂ ਦੇ ਨਾਲ ਪਾਠ ਸਹੀ ਹੈ ਜੀ। ਸਿਰ ਕੰਪਿਓ ਪਗ ਡਗਮਗੈ ਨੈਣ ਜੋਤ ਤੇ ਹੀਨ। ਕਹੋ ਨਾਨਕ ਇਹ ਬਿਦ ਭਈ ਤਉ ਨਾ ਹਰ ਰਸ ਲੀਨ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ। ਨਾਨਕ ਥਿਰ ਹਰ ਭਗਤ ਹੈ ਤਿਹ ਰਾਖੋ ਮਨ ਮਾਹੇ। ਜਗ ਰਚਨਾ ਸਭ ਝੂਠ ਹੈ ਜਾਨ ਲੇਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹੈ ਜੋ ਬਾਲੂ ਕੀ ਭੀਤ। ਇੱਥੋਂ ਤੱਕ ਇਹ ਜੋ ਪਾਠ ਹੈ, ਜਗ ਰਚਨਾ ਸਭ ਝੂਠ ਹੈ ਜਾਨ ਲੇਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹੈ ਜੋ ਬਾਲੂ ਕੀ ਭੀਤ। ਇੱਥੋਂ ਤੱਕ ਇਹ ਸ਼ਲੋਕ ਨਾਮੇ ਪਾਤਸ਼ਾਹ ਜੀ ਨੇ ਸਮੁੱਚੀ ਸੰਗਤ ਨੂੰ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਉਚਾਰਨ ਕਰਕੇ ਇਹ ਕਾਗਜ਼ ਦੇ ਉੱਪਰ ਅੰਕਿਤ ਕੀਤੇ ਸੀ ਆਪਣੇ ਹੱਥੀਂ। ਔਰ ਅਨੰਦਪੁਰ ਸਾਹਿਬ ਜੀ ਤੋਂ ਆਏ ਸਿੱਖ ਨੂੰ ਇਹ ਬਚਨ ਕੀਤਾ ਸੀ ਕਿ ਸਾਰੀਆਂ ਸੰਗਤਾਂ ਪ੍ਰਤੀ ਸਾਡਾ ਇਹ ਸੰਦੇਸ਼ਾ ਦੇ ਦੇਣਾ। ਜਿਹੜੇ ਅਗਲੇ 2 ਸ਼ਲੋਕ ਹਨ ਇਹ ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪਣੇ ਸਤਿਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਨੂੰ ਹੌਸਲਾ ਦਿੰਦਿਆਂ ਹੋਇਆਂ ਉਚਾਰਨ ਕੀਤੇ ਸੀ। ਸੋ ਉਸ ਤੋਂ ਅਗਲਾ ਜਿਹੜਾ ਸ਼ਲੋਕ ਹੈ ਸੋ ਉਹ ਆਪਣੇ ਮਹਿਲ ਮਾਤਾ ਗੁਜਰੀ ਜੀ ਵਾਸਤੇ ਉਚਾਰਨ ਕੀਤਾ ਹੈ। ਆਓ ਸਰਵਣ ਕਰੀਏ ਜੀ। ਰਾਮ ਗਇਓ ਰਾਵਨ ਗਇਓ ਜਾ ਕਾ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਮਾਰਗ ਹਾਹੇ ਤੋਂ ਔਂਕੜ ਨਹੀਂ ਹੈ। ਇਹ ਮਾਰਗ ਸੰਸਾਰ ਕੋ ਹਾਹਾ ਮੁਕਤਾ ਸ਼ੁੱਧ ਹੈ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ 2 ਸ਼ਲੋਕ ਜਿਹੜੇ ਨੇ ਰਾਮ ਗਇਓ ਰਾਮਨ ਗਇਓ ਜਾ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਮਾਤਾ ਨਾਨਕੀ ਜੀ ਦੇ ਪ੍ਰਤੀ ਸਤਿਗੁਰੂ ਗਰੀਬ ਨਿਵਾਜ ਜੀ ਨੇ ਸੰਦੇਸ਼ਾ ਲਿਖ ਕੇ ਭੇਜਿਆ ਸੀ। ਅਗਲਾ ਸ਼ਲੋਕ ਜਿਹੜਾ ਜੋ ਉਪਜਿਓ ਸੋ ਬਿਨਸ ਹੈ ਇਹ ਮਾਤਾ ਗੁਜਰੀ ਜੀ ਨੂੰ ਹੌਸਲਾ ਦੇਣ ਵਾਸਤੇ ਤਿਨਾਂ ਦੇ ਪਰਥਾਏ ਲਿਖ ਕੇ ਭੇਜਿਆ ਗਿਆ। ਹਾਂਜੀ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਹਾਂ, ਇਹ ਕੇ ਪਾਠ ਹੈ ਪਰੋ ਆਜ ਕੇ ਕਾਲ। ਅੱਜ ਕੱਲ੍ਹ ਸਰੂਪਾਂ ਵਿੱਚ ਭਾਗਾਂ ਵਿੱਚ ਕੈ ਛਪ ਰਿਹਾ ਹੈ ਕੱਕੇ ਦੁਲਾਵਾਂ, ਪਰ ਕੇ ਪਾਠ ਇਹ ਕੱਕੇ ਇੱਕ ਲਾਮ ਦੇ ਨਾਲ ਸ਼ੁੱਧ ਹੈ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਕਾਲ ਥੋੜਾ ਜਿਹਾ ਪਰੋ ਆਜ ਕੇ ਕਾਲ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਦੋਹਰਾ ਬਲ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਏ। ਕਹੋ ਨਾਨਕ ਅਬ ਓਟ ਹਰ ਗਾਜ ਜਿਉ ਹੋ ਸਹਾਏ। ਬਲ ਹੋਆ ਬੰਧਨ ਛੁਟੇ
ਸਭ ਕਿਛ ਹੋਤ ਉਪਾਇ। ਨਾਨਕ ਸਭ ਕਿਛ ਤੁਮਰੈ ਹਾਥ ਮੈਂ, ਤੁਮ ਹੀ ਹੋਤ ਸਹਾਇ। ਜਿਵੇਂ ਸਾਧ ਸੰਗਤ ਜੀ ਪਹਿਲਾਂ ਬੇਨਤੀ ਕੀਤੀ ਕਿ 50 ਨੰਬਰ ਔਰ 51 ਨੰਬਰ ਜੋ ਦੋਹਰੇ ਹਨ, ਇਹ ਸਤਿਗੁਰੂ ਗਰੀਬ ਨਿਵਾਜ ਜੀ ਨੇ ਮਾਤਾ ਨਾਨਕੀ ਜੀ ਦੇ ਪਰਥਾਏ ਉਚਾਰਨ ਕਰਕੇ ਸਿੱਖ ਨੂੰ ਬਚਨ ਕੀਤਾ ਸੀ ਕਿ ਇਹ ਮਾਤਾ ਜੀ ਨੂੰ ਸਾਡਾ ਸੰਦੇਸ਼ਾ ਜਾ ਕੇ ਦੇਣਾ। ਤੇ 52 ਨੰਬਰ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਇਹ ਮਾਤਾ ਗੁਜਰੀ ਜੀ ਪ੍ਰਤੀ ਉਚਾਰਨ ਕਰਕੇ ਸਿੱਖ ਨੂੰ ਹੁਕਮ ਕੀਤਾ ਸੀ ਕਿ ਸਾਡੇ ਮਹਿਲ ਮਾਤਾ ਗੁਜਰੀ ਜੀ ਨੂੰ ਸਾਡੇ ਵੱਲੋਂ ਇਹ ਸੰਦੇਸ਼ਾ ਦੇਣਾ। ਹੁਣ ਅਗਲਾ ਜਿਹੜਾ ਦੋਹਰਾ ਹੈ, ਜਿਸ ਦਾ ਉਚੇਚੇ ਤੌਰ 'ਤੇ ਦੋਹਰਾ ਸਿਰਲੇਖ ਵੀ ਆਇਆ ਹੈ, ਬਾਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਇਹ ਦੋਹਰਾ ਨਾਵੇਂ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦਾ ਜੀ ਦਸਮ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਰਥਾਏ ਉਚਾਰਨ ਕੀਤਾ ਸੀ। ਔਰ ਨਾਲ ਇੱਥੋਂ ਤੱਕ ਇਹ ਸਾਰੇ ਦੋਹਰੇ ਲਿਖ ਕੇ, ਇਹ ਸ਼ਲੋਕ ਲਿਖ ਕੇ, ਤੇ ਨਾਲ ਸਿੱਖ ਨੂੰ ਇਹ ਬਚਨ ਕੀਤਾ ਸੀ ਕਿ ਇਹ ਜਿਹੜਾ ਸਾਡਾ ਬਚਨ ਹੈ, ਬਾਲ ਛੁਟਕਿਓ ਬੰਧਨ ਪਰੇ, ਇਹ ਸਾਹਿਬਜ਼ਾਦਾ ਸ੍ਰੀ ਗੋਬਿੰਦ ਸਿੰਘ ਜੀ ਨੂੰ ਦੇਣਾ ਤੇ ਇਹਦਾ ਜਵਾਬ ਲੈ ਕੇ ਆਉਣਾ। ਇਹ ਮਹਾਰਾਜ ਨਾਵੇਂ ਪਾਤਸ਼ਾਹੀ ਨੇ ਬਚਨ ਕੀਤਾ ਸੀ। ਸੋ ਇੱਥੋਂ ਤੱਕ ਇਹ ਸਾਰੀ ਗੁਰੂ ਕੀ ਬਾਣੀ, ਇਹ ਸ਼ਲੋਕ ਦੋਹਰੇ ਗੁਰੂ ਕੇ ਲੈ ਕੇ ਸਿੱਖ ਦਿੱਲੀ ਤੋਂ ਝੱਟ ਹੀ ਮੰਜ਼ਲਾਂ ਉਲੰਘਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਸੀ। ਸੰਗਤਾਂ ਦੇ ਇਕੱਠ ਵਿੱਚ ਜੋ ਸਮੁੱਚੀਆਂ ਸੰਗਤਾਂ ਪ੍ਰਤੀ ਉਪਦੇਸ਼ ਉਚਾਰਨ ਕੀਤਾ, ਇਹ ਸਾਰੇ ਦੋਹਰੇ ਜਾ ਕੇ ਗੁਰੂ ਕੀ ਹਜ਼ੂਰੀ ਵਿੱਚ ਸੁਣਾਏ ਸੀ। ਜਿਹੜੇ ਦੋਹਰੇ, ਜਿਹੜੇ ਸ਼ਲੋਕ ਮਾਤਾ ਨਾਨਕੀ ਜੀ ਪ੍ਰਤੀ ਉਚਾਰਨ ਹੋਏ, ਤਿਨਾਂ ਦੇ ਕੋਲ ਪਹੁੰਚਾਏ। ਜੋ ਮਾਤਾ ਗੁਜਰੀ ਜੀ ਪ੍ਰਤੀ ਉਚਾਰਨ ਹੋਇਆ, ਤਿਨਾਂ ਦੇ ਕੋਲ ਪਹੁੰਚਾਇਆ। ਤੇ ਉਚੇਚੇ ਤੌਰ 'ਤੇ ਵੱਖਰੇ ਕਾਗਜ਼ 'ਤੇ ਲਿਖਿਆ ਹੋਇਆ ਇਹ ਦੋਹਰਾ, ਬਾਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਇਹ ਕਲਗੀਧਰ ਪਾਤਸ਼ਾਹੀ ਦੇ ਅੱਗੇ ਸਿੱਖ ਨੇ ਰੱਖਿਆ ਤੇ ਨਾਲ ਬੇਨਤੀ ਕੀਤੀ ਕਿ ਮਹਾਰਾਜ ਜੀਓ, ਸਤਿਗੁਰਾਂ ਹੁਕਮ ਕੀਤਾ ਸੀ ਕਿ ਇਸ ਬਚਨ ਦਾ, ਇਸ ਪੱਤਰਕਾ ਦਾ ਜਵਾਬ ਲੈ ਕੇ ਆਉਣਾ। 9 ਸਾਲ ਦੀ ਉਮਰ ਹੈ ਮੇਰੇ ਦਸਵੇਂ ਪਾਤਸ਼ਾਹ ਜੀ ਕੀ। ਗੁਰੂ ਗਰੀਬ ਨਿਵਾਜ ਜੀ ਨੇ ਜਦੋਂ ਇਹ ਪੱਤਰਕਾ ਖੋਲ੍ਹ ਕੇ ਪੜ੍ਹੀ ਹੈ, ਦੋਹਰਾ ਪੜ੍ਹਿਆ, ਇਹਦਾ ਆਸ਼ਾ ਸਤਿਗੁਰੂ ਗਰੀਬ ਨਿਵਾਜ ਜੀ ਨੇ ਜਾਣਿਆ ਕਿ ਇਹਦੇ ਵਿੱਚ ਕੀ ਆਸ਼ਾ ਹੈ, ਕੀ ਭਾਵ ਅਰਥ ਹੈ। ਸਤਿਗੁਰੂ ਜੀ ਜਾਣ ਗਏ ਕਿ ਜਿੱਥੇ ਇਹਦੇ ਵਿੱਚ ਸਤਿਗੁਰੂ ਜੀ ਨੇ ਹਿੰਦੁਸਤਾਨ ਦੀ ਜਨਤਾ ਦੀ ਗੱਲ ਕੀਤੀ ਹੈ, ਜਿੱਥੇ ਜੀਵ ਆਤਮਾ ਦੀ ਗੱਲ ਕੀਤੀ ਹੈ, ਉੱਥੇ ਨਾਲ ਚੱਲਦੇ ਮਾਹੌਲ ਮੁਤਾਬਕ ਸਤਿਗੁਰੂ ਗਰੀਬ ਨਿਵਾਜ ਜੀ ਨੇ ਸਾਡੀ ਪਰਖ ਦਾ ਵੀ ਇਹ ਬਚਨ ਲਿਖਿਆ ਹੈ ਕਿ ਸਾਡਾ ਗੁਰੂ ਉੱਪਰ ਨਿਸ਼ਚਾ ਕੈਸਾ ਹੈ। ਕਿਉਂਕਿ ਸੰਗਤਾਂ ਦੇ ਮਨਾਂ ਦੇ ਵਿੱਚ ਗੁਰੂ ਪਦਵੀ ਤੇ ਸੁਸ਼ੋਭਿਤ ਹੋਣ ਵਾਲੀ ਅਗਲੀ ਮਹਾਨ ਸ਼ਖਸੀਅਤ ਦੇ ਪ੍ਰਤੀ ਸ਼ਰਧਾ ਭਾਵਨਾ, ਨਿਸ਼ਚਾ ਹੋਣਾ ਚਾਹੀਦਾ ਹੈ ਨਾ। ਉਹ ਨਿਸ਼ਚਾ ਪਰਪੱਕ ਕਰਨ ਵਾਸਤੇ ਗੁਰੂ ਗਰੀਬ ਨਿਵਾਜ ਜੀ ਨੇ ਮਾਨੋ ਕਿ ਇਹ ਸਵਾਲ ਰੂਪ, ਇਹ ਸ਼ੰਕਾ ਰੂਪ, ਸਵਾਲ ਰੂਪ ਪੱਤਰਕਾ ਭੇਜੀ ਸੀ, ਪਰਖ ਕਰਨ ਵਾਸਤੇ, ਦਸਮ ਪਾਤਸ਼ਾਹ ਦਾ ਨਿਸ਼ਚਾ ਪਰਖਣ ਵਾਸਤੇ। ਤਾਂ ਉਸ ਪਰਖ ਤੇ ਪੂਰੇ ਉਤਰਦਿਆਂ ਹੋਇਆਂ ਅਗਲਾ ਜਿਹੜਾ ਦੋਹਰਾ ਹੈ ਨਾ ਸਾਧ ਸੰਗਤ ਜੀ, ਬਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੈ ਹਾਥ ਮੈਂ, ਤੁਮ ਹੀ ਹੋਤ ਸਹਾਏ। ਇਹ ਦੋਹਰਾ ਦਸਮ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਔਰ ਇਹ ਚਿੱਠੀ ਲਿਖ ਕੇ ਜਵਾਬ ਨਾਵੇਂ ਪਾਤਸ਼ਾਹੀ ਦੇ ਪ੍ਰਤੀ ਭੇਜਿਆ ਸੀ। ਜੇ ਅਸੀਂ ਇਸ ਸਵਾਲ ਜਵਾਬ ਦੀ ਥੋੜ੍ਹੀ ਜਿਹੀ ਅਰਥ ਵਿਚਾਰ ਕਰੀਏ, ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਸਾਹਿਬਜ਼ਾਦਾ ਜੀ ਪਰਖ ਵਾਸਤੇ ਇਹ ਬਚਨ ਕਰਦੇ ਨੇ ਕਿ ਬਲ ਛੁਟਕਿਓ ਬੰਧਨ ਪਰੇ। ਔਰੰਗਜ਼ੇਬ ਦੀ ਕੈਦ ਦੇ ਬੰਧਨ ਪਏ ਹੋਏ ਨੇ, ਸਰੀਰਕ ਬਲ ਛੁੱਟ ਚੁੱਕਾ ਹੈ, ਕਛੂ ਨਾ ਹੋਤ ਉਪਾਏ। ਇਹਨਾਂ ਬੰਧਨਾਂ ਤੋਂ ਛੁੱਟਣ ਦਾ ਸਰੀਰਕ ਰੂਪ ਵਿੱਚ ਹੁਣ ਹੋਰ ਕੋਈ ਉਪਾਅ, ਕੋਈ ਯਤਨ ਨਹੀਂ ਹੋ ਸਕਦਾ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ।
ਹੁਣ ਤਾਂ ਹਰੀ ਅਕਾਲ ਪੁਰਖ ਵਾਹਿਗੁਰੂ ਕੀ ਓਟ ਹੈ, ਉਸ ਪਰਮਾਤਮਾ ਦਾ ਹੀ ਆਸਰਾ ਹੈ। ਜਿਵੇਂ ਹਰੀ ਹਰ ਖੇਤਰ ਉੱਪਰ ਉਸ ਵਾਹਿਗੁਰੂ ਨੇ ਤੰਦੂਏ ਦੇ ਜਾਲ ਤੋਂ ਹਾਥੀ ਨੂੰ ਮੁਕਤ ਕਰਾਇਆ ਸੀ ਨਾ, ਹਾਥੀ ਨੂੰ ਛੁਡਾ ਲਿਆ ਸੀ, ਕਿਉਂਕਿ ਹਾਥੀ ਦਾ ਬਾਲ ਉਦੋਂ ਛੁਟਕ ਚੁੱਕਾ ਸੀ, ਬੰਧਨ ਪੈ ਗਏ ਸਨ, ਬਚਣ ਦਾ ਕੋਈ ਯਤਨ ਨਹੀਂ ਸੀ ਰਿਹਾ। ਉਹਨੇ ਪਰਮਾਤਮਾ ਨੂੰ ਅਰਾਧਿਆ ਸੀ, ਤਾਂ ਵਾਹਿਗੁਰੂ ਨੇ ਸੁਦਰਸ਼ਨ ਚੱਕਰ ਚਲਾ ਕੇ ਉਸ ਵਕਤ ਤੰਦੂਏ ਦੀਆਂ ਜਾਲਾਂ ਕੱਟ ਕੇ ਜਿਵੇਂ ਹਾਥੀ ਨੂੰ ਬਚਾਇਆ ਸੀ, ਇਵੇਂ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਸਹਾਇਕ ਹੋਵੇ। ਇਹ ਪਰਖ ਵਾਸਤੇ ਸ਼ਬਦੀ ਅਰਥ ਨੇ ਇਸ ਸ਼ਬਦ ਦੇ। ਇਸੇ ਤਰ੍ਹਾਂ ਜਿਹੜਾ ਮਾਹੌਲ ਚੱਲ ਰਿਹਾ ਹੈ, ਉਸ ਮਾਹੌਲ ਪ੍ਰਤੀ ਇਹ ਬਚਨ ਨੇ ਕਿ ਬਾਲ ਛੁੱਟ ਗਿਓ। ਹਿੰਦੁਸਤਾਨ ਦੀ ਜਨਤਾ ਦਾ ਬਾਲ ਛੁੱਟ ਚੁੱਕਾ ਹੈ, ਬੰਧਨ ਭਰੇ। ਔਰੰਗਜ਼ੇਬ ਦੀ ਸ਼ਰ੍ਹਾ ਦੇ ਬੰਧਨ ਜਿਹੜੇ ਨੇ, ਇਹ ਹਿੰਦੁਸਤਾਨ ਦੀ ਜਨਤਾ ਨੂੰ ਬੜੇ ਕਰੜੇ ਪਏ ਹੋਏ ਨੇ। ਕਛੂ ਨਾ ਹੋਤ ਉਪਾਏ। ਇਹਨਾਂ ਬੰਧਨਾਂ ਤੋਂ ਬਚਣ ਦਾ, ਇਹਨਾਂ ਤੋਂ ਨਿਕਲਣ ਦਾ ਹਿੰਦੁਸਤਾਨ ਦੀ ਨਿਤਾਣੀ ਜਨਤਾ ਕੋਲੋਂ ਕੋਈ ਉਪਾਅ, ਕੋਈ ਜਿਹੜਾ ਯਤਨ ਹੈ ਨਾ, ਉਹ ਨਹੀਂ ਹੋ ਰਿਹਾ, ਨਹੀਂ ਹੋ ਸਕਦਾ। ਹੁਣ ਤਾਂ ਉਸ ਪਰਮਾਤਮਾ ਦੀ ਹੀ ਓਟ ਹੈ ਕਿ ਉਹੀ ਹਾਥੀ ਦੀ ਤਰ੍ਹਾਂ ਸਹਾਇਤਾ ਕਰੇ ਤੇ ਹਿੰਦੁਸਤਾਨ ਦੀ ਜਨਤਾ ਨੂੰ ਆਪ ਹੀ ਉਹ ਕਿਰਪਾ ਕਰਕੇ ਬਚਾ ਲਵੇ। ਤੀਸਰਾ ਭਾਵ ਜਿਹੜਾ ਇਹ ਜੀਵ ਆਤਮਾ ਦਾ, ਇਹ ਹਰੇਕ ਜੀਵ ਦੀ ਗੱਲ ਹੈ। ਬਾਲ ਛੁੱਟ ਕੇ ਉਹ ਬੰਧਨ ਭਰੇ। ਜੀਵ ਆਤਮਾ ਨੂੰ, ਮਨੁੱਖ ਦੀ ਜਿਹੜੀ ਜੀਵ ਆਤਮਾ ਹੈ, ਇਸ ਨੂੰ ਕਰਤਾ, ਭੁਗਤਾ, ਹੰਗਤਾ, ਮਮਤਾ ਇਤਿਆਦਿਕ ਅਨੇਕ ਪ੍ਰਕਾਰ ਦੇ ਬੰਧਨ ਪਏ ਨੇ। ਇਹਨਾਂ ਬੰਧਨਾਂ ਦੇ ਕਰਕੇ, ਜਨਮ ਮਰਨ ਦੇ ਬੰਧਨਾਂ ਵਿੱਚ ਜੀਵ ਆਤਮਾ ਪੈ ਰਹੀ ਹੈ। ਆਤਮਿਕ ਬਲ ਜਿਹੜਾ ਹੈ ਇਹ ਛੁੱਟ ਚੁੱਕਾ ਹੈ। ਸੋ ਇਸ ਕਰਕੇ ਤਰਨ ਦਾ, ਬੰਧਨਾਂ ਤੋਂ ਛੁੱਟਣ ਦਾ ਕੋਈ ਉਪਾਅ, ਕੋਈ ਯਤਨ ਜੀਵ ਦੇ ਕੋਲੋਂ ਨਹੀਂ ਹੋ ਪਾ ਰਿਹਾ। ਅਰਦਾਸ ਬੇਨਤੀ ਹੀ ਪਰਮਾਤਮਾ ਦੇ ਚਰਨਾਂ ਵਿੱਚ ਕਰਨੀ ਬਣਦੀ ਹੈ ਕਿ ਵਾਹਿਗੁਰੂ ਜੀ ਆਪ ਜੀ ਹੀ ਕਿਰਪਾ ਕਰਕੇ ਜਿਵੇਂ ਹਾਥੀ ਨੂੰ ਤੰਦੂਏ ਦੀਆਂ ਜਾਲ ਤਾਰਾਂ ਤੋਂ ਮੁਕਤ ਕਰਾਇਆ ਸੀ, ਇਵੇਂ ਆਪ ਹੀ ਕਿਰਪਾ ਕਰਕੇ ਮੁਕਤ ਕਰਾ ਲਓ, ਆਪ ਹੀ ਸਹਾਇਕ ਹੋਵੋ। ਇਹ ਤਿੰਨ ਮੁੱਖ ਭਾਵ ਹਨ ਇਸ ਸ਼ਲੋਕ ਦੇ, ਤੇ ਇਹਨਾਂ ਤਿੰਨਾਂ ਭਾਵਾਂ ਨੂੰ ਹੀ ਮੁੱਖ ਰੱਖ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਗਲਾ ਇਹ ਸ਼ਲੋਕ ਉਚਾਰਨ ਕੀਤਾ ਹੈ ਕਿ ਬਾਲ ਹੋਆ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਤਿੰਨਾਂ ਰੂਪਾਂ ਦੇ ਵਿੱਚ ਹੀ ਇਹ ਸਤਿਗੁਰੂ ਤੇਗ ਬਹਾਦਰ ਜੀ ਅੱਗੇ ਬੇਨਤੀ ਹੈ। ਮਹਾਰਾਜ ਜੀਓ, ਆਪ ਜੀ ਨੂੰ ਤਾਂ ਕੋਈ ਬੰਧਨ ਪੈ ਹੀ ਨਹੀਂ ਸਕਦਾ। ਆਪ ਜੀ ਦੇ ਤਾਂ ਸਾਰੇ ਬੰਧਨ ਛੁੱਟੇ ਹੋਏ ਨੇ, ਤੇ ਸਾਰਾ ਬਲ ਆਪ ਜੀ ਕੋਲੋਂ ਹੀ ਬਣ ਸਕਦਾ ਹੈ, ਬਣਿਆ ਹੋਇਆ ਹੈ। ਆਪ ਜੀ ਹੀ ਹਿੰਦੁਸਤਾਨ ਦਾ ਬਲ ਰੂਪ, ਆਸਰਾ ਰੂਪ ਇਸ ਵਕਤ ਬਣੇ ਹੋਏ ਹੋ। ਸਭ ਕੁਝ ਤੁਹਾਡੇ ਹੱਥ ਵੱਸ ਹੈ। ਤੁਸੀਂ ਸਰਬ ਕਲਾ ਸਮਰੱਥ ਹੋ। ਤੁਸੀਂ ਹੀ ਕਿਰਪਾ ਕਰਕੇ ਸਾਰਿਆਂ ਦੇ ਸਹਾਇਕ ਹੋਣ ਵਾਲੇ ਹੋ। ਹਿੰਦੁਸਤਾਨ ਦੀ ਜਨਤਾ ਦਾ ਜਿਹੜਾ ਬਲ ਛੁੱਟਿਆ ਤੇ ਬੰਧਨ ਪਏ, ਮਹਾਰਾਜ ਆਪ ਜੀ ਹੁਣ ਆਪਣਾ ਸੀਸ ਕੁਰਬਾਨ ਕਰ ਰਹੇ ਹੋ। ਇਹ ਹਿੰਦੁਸਤਾਨ ਦੀ ਜਨਤਾ ਨੂੰ ਆਪ ਜੀ ਦੀ ਕੁਰਬਾਨੀ ਦਾ, ਆਪ ਜੀ ਦੀ ਸ਼ਹਾਦਤ ਦਾ ਬਹੁਤ ਵੱਡਾ ਬਲ ਪ੍ਰਾਪਤ ਹੋਵੇਗਾ, ਜਿਹਦੇ ਨਾਲ ਸਾਰੇ ਬੰਧਨ ਇਹਨਾਂ ਦੇ ਛੁੱਟ ਜਾਣਗੇ ਤੇ ਸਾਰੇ ਉਪਾਅ ਧਰਮ ਦੀ ਰੱਖਿਆ ਦੇ ਜਿਹੜੇ ਨੇ ਉਹ ਬਣ ਆਉਣਗੇ। ਸਭ ਕੁਝ ਆਪ ਜੀ ਕੇ ਹੱਥ ਵਿੱਚ ਹੈ, ਆਪ ਜੀ ਸਹਾਇਤਾ ਕਰਨ ਵਾਲੇ ਹੋ। ਤੀਸਰਾ ਜੀਵ ਆਤਮਾ ਦੀ ਵੀ ਗੱਲ ਹੈ ਕਿ ਮਹਾਰਾਜ ਸਾਰਾ ਬਲ ਆਪ ਜੀ ਦੀ ਕਿਰਪਾ ਦੇ ਨਾਲ ਬਣ ਆਇਆ ਹੈ। ਜਿਹੜੇ ਆਪ ਜੀ ਦੇ ਚਰਨੀ ਲੱਗ ਗਏ, ਜਿਨ੍ਹਾਂ ਆਪ ਜੀ ਦਾ ਓਟ ਆਸਰਾ ਤੱਕ ਲਿਆ, ਉਹਨਾਂ ਨੂੰ ਆਤਮਿਕ ਬਲ ਵੀ ਆਪ ਜੀ ਹੀ ਕਿਰਪਾ ਕਰਕੇ ਬਖਸ਼ਣ ਵਾਲੇ ਹੋ। ਉਹਨਾਂ ਦੇ ਬੰਧਨਾਂ ਨੂੰ ਵੀ ਆਪ ਜੀ ਹੀ ਕਿਰਪਾ ਕਰਕੇ ਤੋੜਨ ਵਾਲੇ ਹੋ। ਸਭ ਕੁਝ ਤੁਹਾਡੇ ਹੱਥ ਵੱਸ ਹੈ। ਆਪ ਜੀ ਜੋ ਚਾਹੋ ਕਰ ਸਕਦੇ ਹੋ। ਪਰਮਾਤਮਾ ਦਾ ਪ੍ਰਤੱਖ ਰੂਪ ਹੋ ਕੇ ਆਪ ਜੀ ਹੀ ਸਾਰਿਆਂ ਦੀ ਸਹਾਇਤਾ ਕਰਨ ਵਾਲੇ ਹੋ। ਸੋ ਇਸ ਪ੍ਰਕਾਰ ਆਪਣਾ ਅਖੰਡ ਅਤੇ ਅਟੁੱਟ ਨਿਸ਼ਚਾ ਜਣਾਉਂਦਿਆਂ ਹੋਇਆਂ ਕਲਗੀਧਰ ਪਾਤਸ਼ਾਹ ਜੀ ਨੇ ਇਹ ਜਿਹੜਾ ਸ਼ਲੋਕ ਹੈ ਇਹ ਉਚਾਰਨ ਕਰਕੇ ਜਵਾਬ ਲਿਖ ਕੇ ਭੇਜਿਆ ਸੀ। ਸਾਧ ਸੰਗਤ ਜੀ, ਇਸ ਵਾਰਤਾ ਦੇ ਬਹੁਤ ਜ਼ਿਆਦਾ ਇਤਿਹਾਸਕ ਪ੍ਰਮਾਣ ਵੀ ਮੌਜੂਦ ਨੇ। ਸਾਡੇ ਜਿੰਨੇ ਪੁਰਾਤਨ ਇਤਿਹਾਸਕ ਗ੍ਰੰਥ ਹਨ, ਜਿਵੇਂ ਗੁਰਬਿਲਾਸ ਪਾਤਸ਼ਾਹੀ ਦਸਵੀਂ ਹੈ, ਮਹਿਮਾ ਪ੍ਰਕਾਸ਼ ਹੈ,
ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਤਵਾਰੀਖ ਗੁਰੂ ਖਾਲਸਾ ਹੈ। ਭਾਵ ਕਿ ਜਿੰਨੇ ਵੀ ਪੁਰਾਤਨ ਇਤਿਹਾਸਕ ਗ੍ਰੰਥ ਹਨ, ਇਹ ਸਾਰੇ ਹੀ ਗ੍ਰੰਥਾਂ ਦੇ ਵਿੱਚੋਂ ਇਹ ਵਾਰਤਾ ਮਿਲਦੀ ਹੈ ਕਿ ਇਹ ਦੋਹਰਾ ਜਿਹੜਾ ਸੀ, ਇਹ ਦਸਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਉੱਪਰਲੇ ਆਏ ਦੋਹਰੇ ਦੇ ਜਵਾਬ ਦੇ ਵਿੱਚ ਆਪਣਾ ਨਿਸ਼ਚਾ ਦਰਸਾਉਂਦਿਆਂ ਹੋਇਆਂ ਲਿਖ ਕੇ ਭੇਜਿਆ ਸੀ। ਬੇਅੰਤ ਪੁਰਾਤਨ ਹੱਥ ਲਿਖਤ ਸਰੂਪ ਐਸੇ ਨੇ, ਜਿਨ੍ਹਾਂ ਹੱਥ ਲਿਖਤ ਸਰੂਪਾਂ ਦੇ ਵਿੱਚ ਇੱਥੇ ਮਹੱਲਾ 10ਵਾਂ ਲਿਖਿਆ ਹੋਇਆ ਹੈ। ਤਖਤ ਸ੍ਰੀ ਪਟਨਾ ਸਾਹਿਬ ਜੀ ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਾ ਪ੍ਰਕਾਸ਼ ਸਥਾਨ, ਉੱਥੇ ਵੀ ਪੁਰਾਤਨ ਹੱਥ ਲਿਖਤ ਸਰੂਪ ਮੌਜੂਦ ਹੈ। ਸੋ ਉਸ ਦੇ ਦਰਸ਼ਨ ਕੀਤੇ ਹੈ। ਸੋ ਉੱਥੇ ਵੀ ਇਸ ਦੋਹਰੇ ਉੱਪਰ ਮਹੱਲਾ 10ਵਾਂ ਇਹ ਸਿਰਲੇਖ ਲਿਖਿਆ ਮਿਲਦਾ ਹੈ, ਬਾਲ ਹੋਆ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ। ਇਸੇ ਪ੍ਰਕਾਰ ਇੱਕ ਪੁਰਾਤਨ ਸਰੂਪ ਜਿਸ ਦੇ ਪੱਤਰੇ ਜਿਹੜੇ ਜਿਸ ਦੇ ਅੰਗ ਹਨ ਉਹ 8 ਨੁਕਰੇ ਹਨ। ਸੋ ਇਉਂ ਰਾਵਲਪਿੰਡੀ ਵਿਖੇ ਸਦਾ ਬੂਟਾ ਸਿੰਘ ਜੀ ਦੀ ਧਰਮਸ਼ਾਲਾ ਵਿੱਚ ਦਮਦਮੀ ਟਕਸਾਲ ਦੇ 12ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਪ ਦਰਸ਼ਨ ਕੀਤੇ ਸਨ। ਉਹਦੇ ਵਿੱਚ ਵੀ ਇਸ ਦੋਹਰੇ ਦੇ ਉੱਪਰ ਸਿਰਲੇਖ ਮਹੱਲਾ 10ਵਾਂ ਇਹ ਲਿਖਿਆ ਹੋਇਆ ਮਿਲਦਾ ਹੈ। ਤੇ ਹੋਰ ਵੀ ਅਨੇਕਾਂ ਹੀ ਐਸੇ ਪੁਰਾਤਨ ਹੱਥ ਲਿਖਤ ਉਤਾਰੇ ਹਨ। ਥਾਵਾਂ ਥਾਵਾਂ 'ਤੇ ਬੇਅੰਤ ਐਸੇ ਸਰੂਪ ਮੌਜੂਦ ਹਨ, ਜਿਨ੍ਹਾਂ 'ਤੇ ਮਹੱਲਾ 10ਵਾਂ ਲਿਖਿਆ ਹੋਇਆ ਇਹ ਜਿਹੜਾ ਹੈ ਇਹ ਮਿਲਦਾ ਹੈ। ਤੇ ਪੁਰਾਤਨ ਸਾਰੇ ਹੀ ਵਿਦਵਾਨ ਪੁਰਾਤਨ ਹਵਾਲਿਆਂ ਦੇ ਹਿਸਾਬ ਦੇ ਨਾਲ ਇਸ ਗੱਲ 'ਤੇ ਇੱਕ ਮਤ ਹਨ ਕਿ ਇਹ ਦੋਹਰਾ 10ਵੇਂ ਪਾਤਸ਼ਾਹੀ ਦਾ ਉਚਾਰਨ ਕੀਤਾ ਹੋਇਆ ਹੈ, ਜੋ ਕਿ 9ਵੇਂ ਪਾਤਸ਼ਾਹੀ ਦੇ ਉੱਪਰਲੇ ਦੋਹਰੇ ਦੇ ਜਵਾਬ ਵਜੋਂ ਕਲਗੀਧਰ ਪਾਤਸ਼ਾਹੀ ਨੇ ਲਿਖ ਕੇ ਭੇਜਿਆ ਸੀ। ਸੋ ਸਾਡੇ ਮਨਾਂ ਵਿੱਚ ਇਹ ਭਾਵਨਾ ਜਿਹੜੀ ਹੈ ਪਰਪੱਕ ਰਹਿਣੀ ਚਾਹੀਦੀ ਹੈ, ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ। ਬਾਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਇਹ 9ਵੇਂ ਪਾਤਸ਼ਾਹੀ ਨੇ ਉਚਾਰਨ ਕਰਕੇ ਕਲਗੀਧਰ ਪਾਤਸ਼ਾਹੀ ਨੂੰ ਸੁਨੇਹਾ ਭੇਜਿਆ, ਪਰਖ ਵਾਸਤੇ ਇਹ ਦੋਹਰਾ ਭੇਜਿਆ ਸੀ। ਇਹਦੇ ਜਵਾਬ ਵਜੋਂ 10ਵੇਂ ਪਾਤਸ਼ਾਹੀ ਨੇ ਅਗਲਾ ਦੋਹਰਾ ਉਚਾਰਿਆ ਸੀ, ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ। ਸਿੱਖ ਨੂੰ ਡਰੋਲੀ ਭਾਈ ਕੀ ਸਾਧ ਸੰਗਤ ਜੀ ਸਰੂਪ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੇ ਦਸਖਤਾਂ ਵਾਲਾ। ਸੋ ਉਸ ਦੇ ਵਿੱਚ ਵੀ ਇਹ ਦੋਹਰਾ ਜਿਹੜਾ ਹੈ ਸੁਭਾਏਮਾਨ ਹੈ। ਉਸ ਸਰੂਪ ਬਾਰੇ ਮੈਂ ਥੋੜੀ ਬੇਨਤੀ ਕਰਾਂ। ਦੀਵਾਨ ਆਨੰਦ ਚੰਦ ਜੀ 10ਵੇਂ ਪਾਤਸ਼ਾਹ ਜੀ ਕੇ ਦੀਵਾਨ ਸਨ। ਜਿਵੇਂ ਅੱਜ ਕੱਲ੍ਹ ਆਪਾਂ ਪੀਏ ਕਹਿੰਦੇ ਆ ਨਾ, ਦੀਵਾਨ ਆਨੰਦ ਚੰਦ ਜੀ ਪੀਏ ਸਨ 10ਵੇਂ ਪਾਤਸ਼ਾਹ ਜੀ ਕੇ। ਜਦੋਂ 10ਮ ਪਾਤਸ਼ਾਹ ਜੀ ਪਾਉਂਟਾ ਸਾਹਿਬ ਵਿਖੇ ਸੁਭਾਏਮਾਨ ਸਨ, ਇੱਕ ਉਦਾਸੀ ਮਹਾਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖ ਕੇ ਲੈ ਕੇ ਆਇਆ ਹੈ। ਬਹੁਤ ਸੁੰਦਰ ਲਿਖਾਈ ਉਸ ਸਰੂਪ ਦੀ, ਤੇ ਉਸ ਸਰੂਪ ਦੀ ਪ੍ਰਵਾਨਗੀ ਲੈਣ ਵਾਸਤੇ 10ਮ ਪਾਤਸ਼ਾਹ ਜੀ ਦੇ ਦਸਖਤ ਕਰਾਉਣ ਵਾਸਤੇ ਉਹਨੇ ਉਹ ਸਰੂਪ ਜਿਹੜਾ ਸੀ ਦੀਵਾਨ ਆਨੰਦ ਚੰਦ ਹੋਰਾਂ ਨੂੰ ਦਿੱਤਾ ਕਿ ਇਹਦੇ 'ਤੇ ਗੁਰੂ ਕੇ ਦਸਖਤ ਕਰਵਾ ਦਿਓ, ਮੈਨੂੰ ਪ੍ਰਵਾਨਗੀ ਲੈ ਦਿਓ। ਜਦੋਂ ਦੀਵਾਨ ਆਨੰਦ ਚੰਦ ਜੀ ਨੇ ਉਸ ਸਰੂਪ ਦੇ ਦਰਸ਼ਨ ਕੀਤੇ, ਇੰਨੀ ਸੁੰਦਰ ਲਿਖਾਈ ਵੇਖ ਕੇ ਦੀਵਾਨ ਜੀ ਦਾ ਮਨ ਮੋਹਿਆ ਗਿਆ ਤੇ ਉਦਾਸੀ ਮਹਾਤਮਾ ਨੂੰ ਉਹ ਲਾਰੇ ਲਾਉਣ ਲੱਗ ਪਏ। ਅੱਜ ਸਾਈਨ ਕਰਾ ਦਿੰਦਾ, ਕੱਲ੍ਹ ਨੂੰ ਕਰਾ ਦਿੰਦਾ। ਕਰਦਿਆਂ ਕਰਦਿਆਂ ਕਾਫੀ ਦਿਨ ਬਤੀਤ ਹੋ ਗਏ, ਪਰ ਦੀਵਾਨ ਆਨੰਦ ਚੰਦ ਜੀ ਨੇ ਨਾ ਤਾਂ ਸਤਿਗੁਰਾਂ ਦੇ ਕੋਲੋਂ ਦਸਖਤ ਕਰਾਏ ਤੇ ਨਾ ਉਹ ਸਰੂਪ ਉਦਾਸੀ ਮਹਾਤਮਾ ਨੂੰ ਵਾਪਸ ਮੋੜਿਆ। ਤੇ ਜਦੋਂ ਮਹਾਤਮਾ ਜੀ ਨੇ ਬਹੁਤ ਜ਼ੋਰ ਦੇ ਕੇ ਸਰੂਪ ਮੰਗਿਆ ਕਿ ਮੈਂ ਬੜੀ ਬੇਨਤ ਨਾਲ ਸਰੂਪ ਲਿਖਿਆ, ਮੈਨੂੰ ਉਹ ਸਰੂਪ ਵਾਪਸ ਦੇ ਦਿੱਤਾ ਜਾਵੇ, ਦੀਵਾਨ ਆਨੰਦ ਚੰਦ ਜੀ ਮੁੱਕਰ ਗਏ ਤੇ ਉਹ ਉਦਾਸੀ ਮਹਾਤਮਾ ਨੂੰ ਝਿੜਕਾਂ ਦੇਣ ਲੱਗ ਪਏ। ਉਦਾਸੀ ਮਹਾਤਮਾ ਜੀ 10ਵੇਂ ਪਾਤਸ਼ਾਹੀ ਦੇ ਕੋਲ ਜਾਣ ਦੀ ਚਾਰਾਜੋਈ ਕਰਨ ਲੱਗ ਪਏ ਕਿ ਮੈਂ ਸਿੱਧੇ ਤੌਰ 'ਤੇ ਜਾ ਕੇ ਸਤਿਗੁਰਾਂ ਦੇ ਕੋਲ ਸ਼ਿਕਾਇਤ ਕਰਾਂ। ਜਦੋਂ ਵੇਖਿਆ ਕਿ ਹੁਣ ਮੈਂ ਮਹਾਤਮਾ ਨੂੰ ਰੋਕ ਨਹੀਂ ਸਕਦਾ, ਇਹਨੇ 10ਵੇਂ ਪਾਤਸ਼ਾਹੀ ਦੇ ਚਰਨਾਂ ਵਿੱਚ ਪਹੁੰਚ ਹੀ ਜਾਣਾ, ਤਾਂ ਦੀਵਾਨ ਆਨੰਦ ਚੰਦ ਜੀ ਡਰੋਲੀ ਵਾਲੇ ਉਹ ਚੋਰੀ ਉਹ ਗੁਰੂ ਕਾ ਸਰੂਪ ਲੈ ਕੇ ਉੱਥੋਂ ਸਤਿਗੁਰਾਂ ਤੋਂ ਚੋਰੀ ਨੱਠ ਆਏ ਤੇ ਆਪਣੇ ਘਰ ਉਹ ਸਰੂਪ ਲੈ ਆਏ। ਸੋ ਇਸ ਵਕਤ ਉਹ ਜਿਹੜਾ ਸਰੂਪ ਹੈ, ਸਤਿਗੁਰੂ ਜੀ ਨੇ ਉਹਨਾਂ ਦੀ ਬੰਸ ਪ੍ਰਤੀ ਇਹ ਬਚਨ ਕਹਿ ਦਿੱਤਾ ਸੀ ਕਿ ਇਹ ਇਹਦੇ ਤੋਂ ਪਾਠ ਨਹੀਂ ਕਰ ਸਕਣਗੇ।
ਪਰ ਉਹ ਸਰੂਪ ਅੱਜ ਵੀ ਉੱਥੇ ਡਰੋਲੀ ਭਾਈ ਕੀ ਵਿਖੇ, ਮੋਗੇ ਦੇ ਨੇੜੇ ਪਿੰਡ ਹੈ, ਛੇਵੇਂ ਪਾਤਸ਼ਾਹ ਜੀ ਕੇ ਰਿਸ਼ਤੇਦਾਰਾਂ ਦਾ। ਕਿਉਂਕਿ ਛੇਵੇਂ ਪਾਤਸ਼ਾਹ ਜੀ ਕੇ ਮਹਿਲ ਮਾਤਾ ਦਮੋਦਰੀ ਜੀ, ਉਹਨਾਂ ਦੇ ਭੈਣ ਮਾਤਾ ਰਾਮੋ ਜੀ, ਉਹ ਡਰੋਲੀ ਭਾਈ ਕੀ ਵਿਖੇ ਸਾਈਂ ਦਾਸ ਜੀ ਦੇ ਨਾਲ ਵਿਆਹੇ ਹੋਏ ਸਨ। ਸੋ ਗੁਰੂ ਕੇ ਸਾਲੀ ਸਾਂਢੂ ਕਾ ਉਹ ਘਰ ਛੇਵੇਂ ਪਾਤਸ਼ਾਹ ਜੀ ਕਾ, ਉੱਥੇ ਕਾਫੀ ਸਮਾਂ ਛੇਵੇਂ ਪਾਤਸ਼ਾਹ ਜੀ ਵੀ ਰਹੇ ਹੈ, ਤੇ ਉੱਥੇ ਹੀ ਮਾਤਾ ਦਮੋਦਰੀ ਜੀ ਦਾ ਅਕਾਲ ਚਲਾਣਾ ਹੋਇਆ ਸੀ। ਉਸੇ ਅੰਸ ਬੰਸ ਵਿੱਚੋਂ ਹੀ ਭਾਈ ਨੰਦ ਚੰਦ ਸੀ ਦੀਵਾਨ ਜੀ। ਸੋ ਉਹ ਪੁਰਾਣਾ ਘਰ ਵੀ ਅੱਜ ਮੌਜੂਦ ਹੈ, ਤੇ ਉੱਥੇ ਉਹ ਜਿਹੜਾ ਪੁਰਾਤਨ ਡਰੋਲੀ ਭਾਈ ਕੀ ਵਿਖੇ ਸਰੂਪ ਜਿਹੜਾ ਦੀਵਾਨ ਨੰਦ ਚੰਦ ਜੀ ਚੋਰੀ ਲੈ ਕੇ ਆ ਗਏ ਸੀ, ਦਾਸ ਨੇ ਵੀ ਉਸ ਦੇ ਦਰਸ਼ਨ ਕੀਤੇ ਆ, ਮਹਾਂਪੁਰਖਾਂ ਨੇ ਵੀ ਕੀਤੇ ਹੈ। ਉੱਥੇ ਵੀ ਮਹੱਲਾ 10ਵਾਂ ਲਿਖਿਆ ਹੋਇਆ ਹੈ। ਸੋ ਇਹ ਦੇਖੋ 10ਵੇਂ ਪਾਤਸ਼ਾਹੀ ਦੇ ਵੇਲੇ ਦਾ ਉਹ ਸਰੂਪ ਹੈ, ਉਦਾਸੀ ਮਹਾਤਮਾ ਲਿਖਿਆ ਹੈ, ਔਰ ਉਹਦੇ ਉੱਪਰ ਵੀ ਮਹੱਲਾ 10ਵਾਂ ਜਿਹੜਾ ਹੈ ਇੱਥੇ ਅੰਕਿਤ ਹੈ। ਹੋਰ ਵੀ ਅਨੇਕਾਂ ਪ੍ਰਮਾਣ ਜਿਹੜੇ ਨੇ ਮੌਜੂਦ ਨੇ। ਸੋ ਇਹ ਇਤਿਹਾਸਕ ਤੱਥ ਹੈ, ਇਹ ਸੱਚਾਈ ਹੈ। ਅੱਜ ਕੱਲ੍ਹ ਦੇ ਜਿਹੜੇ ਸ਼ੰਕਾਵਾਦੀ ਲੋਕ ਨੇ, ਬਿਨਾਂ ਮਤਲਬ ਹੀ ਸ਼ੰਕੇ ਕਰੀ ਜਾਂਦੇ ਨੇ, ਤੇ ਸ਼ਰਧਾਵਾਨਾਂ ਗੁਰਸਿੱਖਾਂ ਦੇ ਵਾਸਤੇ ਅਨੇਕ ਪ੍ਰਕਾਰ ਦੀਆਂ ਮੁਸ਼ਕਲਾਂ ਖੜੀਆਂ ਕਰਨ ਦਾ ਯਤਨ ਪਏ ਕਰਦੇ ਨੇ। ਪਰ ਇਹ ਅਟੱਲ ਸੱਚਾਈ ਹੈ, ਇਹ ਇਤਿਹਾਸ ਹੈ ਕਿ ਇਹ ਜਿਹੜਾ ਦੋਹਰਾ ਹੈ, ਬਲ ਹੋਆ ਬੰਧਨ ਛੁੱਟੇ, ਇਹ 10ਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਸੋ ਇਸ ਪ੍ਰਕਾਰ ਜਦੋਂ ਇਹ ਦੋਹਰਾ ਉਚਾਰਿਆ, ਮਹਾਰਾਜ ਨੇ ਲਿਖਿਆ, ਸਿੱਖ ਨੂੰ ਭੇਜਿਆ ਕਿ ਜਾਓ ਇਹ ਸਾਡਾ ਜਵਾਬ ਸਤਿਗੁਰੂ ਪਿਤਾ ਜੀ ਕੋਲ ਲੈ ਜਾਓ। ਫਿਰ ਮੰਜ਼ਲਾਂ ਉਲੰਘਦਾ ਹੋਇਆ ਸਿੱਖ ਦਿੱਲੀ ਵਿਖੇ ਪਹੁੰਚਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੱਗੇ ਇਹ ਜਵਾਬ ਜਦੋਂ ਜਾ ਕੇ ਰੱਖਿਆ, 9ਵੇਂ ਪਾਤਸ਼ਾਹ ਜੀ ਨੇ, ਸੋ 9ਵੇਂ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਜਦੋਂ ਇਹ ਜਵਾਬ ਰੱਖਿਆ, ਧੰਨ ਸਤਿਗੁਰੂ ਤੇਗ ਬਹਾਦਰ ਜੀ ਨੇ ਕੈਦਖਾਨੇ ਵਿੱਚ ਬੈਠਿਆਂ ਹੋਇਆਂ ਜਦੋਂ ਇਹ ਜਵਾਬ ਪੜ੍ਹਿਆ, ਤਾਂ ਉਸ ਵੇਲੇ ਬੜੇ ਪ੍ਰਸੰਨ ਹੋਏ। ਉਸੇ ਵਕਤ ਹੀ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਨਾਲੀਅਰ 5 ਪੈਸੇ ਚੌਂਕੀ ਇਤਿਆਦਿਕ ਗੁਰਤਾ ਦੀਆਂ ਪ੍ਰਾਤਨ ਨਿਸ਼ਾਨੀਆਂ ਜੋ ਹਨ, ਇਹ ਮੰਗਵਾ ਕੇ ਉੱਥੋਂ ਹੀ ਧਿਆਨ ਧਾਰਨ ਕਰਕੇ ਗੁਰਤਾ ਦੀ ਜੋਤ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਪਾਵਨ ਹਿਰਦੇ ਵਿੱਚ ਪ੍ਰਕਾਸ਼ਮਾਨ ਕੀਤੀ। ਤੇ ਉਹ ਗੁਰਤਾ ਦੀਆਂ ਨਿਸ਼ਾਨੀਆਂ ਬਾਬਾ ਬੁੱਢਾ ਜੀ ਦੀ ਅੰਸ ਬੰਸ ਭਾਈ ਗੁਰਦਿੱਤਾ ਜੀ, ਉਹਨਾਂ ਨੂੰ ਸਤਿਗੁਰਾਂ ਨੇ ਦਿੱਤੀਆਂ ਸਨ ਕਿ ਇਹ ਗੁਰਤਾ ਦੀਆਂ ਨਿਸ਼ਾਨੀਆਂ ਆਨੰਦਪੁਰ ਸਾਹਿਬ ਵਿਖੇ ਪਹੁੰਚਾ ਦੇਣੀਆਂ। ਇਉਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਕੌਤਕ ਕੀਤਾ ਸੀ, ਤੇ ਫਿਰ ਇਸ ਤੋਂ ਅਗਲੇ ਦੋਹਰੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਉਚਾਰਨ ਕੀਤੇ ਸਨ। ਆਓ ਅੱਗੇ ਆਪਾਂ ਪਾਠ ਸਰਵਣ ਕਰੀਏ। ਥੋੜੀ ਜੀ ਵਿਚਾਰ ਹੋਰ ਹੈ, ਦਾਸ ਅੱਗੇ ਬੇਨਤੀ ਨਾਲ ਕਰੇਗਾ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਗਨਾਥ। ਕਿਉਂਕਿ ਹੁਣ ਜਦੋਂ ਦਮਨ ਚੱਕਰ ਬਹੁਤਾ ਚੱਲਿਆ, ਜ਼ੁਲਮ ਦੀ ਅੱਤ ਹੋਈ ਹੈ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਨੂੰ ਜ਼ਾਲਮਾਂ ਨੇ ਇਉਂ ਸ਼ਹੀਦ ਕਰ ਦਿੱਤਾ ਹੈ। ਅਨੇਕਾਂ ਹੋਰ ਸਿੱਖ ਜਿਹੜੇ ਸਨ, ਉਹ ਵੀ ਔਰੰਗੇ ਦੇ ਹੁਕਮ ਮੁਤਾਬਕ ਕੈਦ ਕਰ ਲਏ ਗਏ ਸਨ। ਇਤਿਹਾਸ ਵਿੱਚ ਇਹ ਬਚਨ ਆਉਂਦਾ ਹੈ। ਜਦੋਂ ਉਹਨਾਂ ਨੇ ਤੱਕਿਆ ਕਿ ਆਰੇ ਨਾਲ ਚੀਰ ਕੇ ਭਾਈ ਮਤੀ ਦਾਸ ਜੀ ਸ਼ਹੀਦ ਕੀਤੇ ਗਏ ਹੈ, ਦੇਗੇ ਵਿੱਚ ਉਬਾਲ ਕੇ ਭਾਈ ਦਿਆਲਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ, ਔਰ ਇਸੇ ਪ੍ਰਕਾਰ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਹੈ। ਕੁਝ ਜਿਹੜੇ ਦਿੱਲੀ ਨਿਵਾਸੀ, ਕੁਝ ਕੈਦ ਕਰ ਲਏ ਗਏ ਸਨ ਸਿੱਖ, ਸੋ ਉਹ ਮਨ ਵਿੱਚ ਡਰੇ, ਮਹਾਰਾਜ ਸਾਡਾ ਵੀ ਇਹ ਹਾਲ ਹੋਵੇਗਾ, ਸਾਨੂੰ ਵੀ ਇਵੇਂ ਹੀ ਮਰਨਾ ਪਵੇਗਾ। ਮਹਾਰਾਜ ਨੇ ਬਚਨ ਕੀਤਾ ਸੀ, ਭਾਈ ਤੁਸੀਂ ਆਜ਼ਾਦ ਹੋ, ਜਾ ਸਕਦੇ ਹੋ। ਮਹਾਰਾਜ ਕਿਵੇਂ ਜਾਈਏ, ਸੰਗਲ ਜਕੜੇ ਹੋਏ ਨੇ, ਬਾਹਰ ਤਾਲੇ ਲੱਗੇ ਹੋਏ ਨੇ। ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਵਾਹਿਗੁਰੂ ਕਹੋ, ਸਾਰੇ ਸੰਗਲ ਛੁੱਟ ਜਾਣਗੇ। ਸਭਨਾਂ ਦੇ ਸੰਗਲ ਛੁੱਟ ਗਏ, ਤੇ ਇਉਂ ਸਾਰੇ ਜਿਹੜੇ ਸਨ ਉਸ ਕੈਦਖਾਨੇ ਵਿੱਚੋਂ ਨਿਕਲ ਗਏ ਸਨ। ਜਦੋਂ ਸਾਰੇ ਇਉਂ ਨਿਕਲ ਗਏ, ਉਦੋਂ ਮਹਾਰਾਜ ਨੇ ਵੈਰਾਗ ਭਰਿਆ ਫਿਰ ਇਹ ਸ਼ਲੋਕ ਉਚਾਰਨ ਕੀਤਾ ਸੀ ਕਿ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਗਨਾਥ। ਜਦੋਂ ਇਹ ਬਚਨ ਉਚਾਰਨ ਕੀਤੇ, ਭਾਈ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਜੀ ਦੀ ਅੰਸ ਬੰਸ ਵਿੱਚੋਂ ਨੇ, ਉਹਨਾਂ ਨੇ ਗੁਰੂ ਕਾ ਬਚਨ ਸੁਣਿਆ, ਗੁਰੂ ਕੇ ਚਰਨ ਫੜ ਲਏ। ਮਹਾਰਾਜ ਮੈਂ ਨਹੀਂ ਜਾਣਾ, ਭਾਵੇਂ ਜ਼ਾਲਮ ਸ਼ਹੀਦ ਕਰਨ, ਭਾਵੇਂ ਕੋਹ ਕੇ ਮਾਰਨ,
मैं आप जी के चरणों विचों महाराज नहीं जावांगा। महाराज ने बचन किया कि नहीं गुरदित्ता जी, तुहानू अपनी खुशी नाल अपनी आग्या दे नाल भेज रहे हैं, तुसीं चले जाओ। बाबा गुरदित्ता जी बेनती कर लगे, महाराज आप जी शहादत का जाम पी जाओगे तो आप जी तो बाद मेरा रहना किहड़े काम दा। जिस प्यारे से नेह तिस आगे मर चलीए, त्रिग जीवन संसार ताकै पाछै जीवना। महाराज मेरा भी आप जी तो बाद हुण रहण दा कोई कारज नहीं बन आउंदा। तां सतगुरां बचन कीता सी कि जाओ अपने बजुर्ग बाबा बुढ़ा साहब जी के अस्थान ते चले जाओ। जदों छेवें पातशाह गवालीअर दे किले विच कैद सन, जिथे बाबा बुढ़ा जी दल लैके ठहरे सन और इयों घोड़े लैके ठहरे सी, जमुना पार उस अस्थान ते तुसीं चले जाओ। तुसीं बाबा बुढ़ा जी दी अंश बंश हो, जीवन मरण सब तुहाडे हत्थ विच है, सो तुसीं उत्थे अपना शरीर त्याग देना। इयों गुरु की आग्या लैके फिर बाबा भाई गुरदित्ता जी जिहड़े सन वो चले गए सन ते नावें पातशाह दे शहीद होण उपरंत जमुना किनारे उन्होंने भी शरीर त्याग दिता सी। सो इस प्रकार गुरु गरीब नवाज जी के एक कौतक हैं गुरु के इतिहास से। फिर सतगुरु गरीब नवाज सच्चे पातशाह जी ने अगले जेड़े दोवें सलोक हैं ये उचारण करके सलोकां की संपूर्णता की है। संग सखा सब तज गए, को न निभ्यो साथ, कहो नानक एह विपत मैं, टेक एक रघनाथ। रघनाथ घग्गा मुक्ता है, घग्गे नूं कोई औंकड़ जां दुलैंकड़ नहीं। रघनाथ ये घग्गा मुक्ता जानना जी। नाम रहयो साधु रहयो, रहयो गुर गोबिंद। कहो नानक एह जगत मैं, किन जप्यो गुरमंत। राम नाम उर मैं गहयो, जाकै सम नहीं कोय। जिह सिमरत संकट मिटै, दर्श तुहारो होय। राम। मुंदावणी महला पंजवा। थाल विच तीन वस्तु पईओ, सत संतोख विचारो। अमृत नाम ठाकुर का पायो, जिसका सबस आधारो। जे को खावै जे को पुंचै, तिसका होय उधारो। एह वसत तजी नह जाई, नित नित राख और धारो। तम संसार चरण लग तरिया, सब नानक ब्रह्म पसारो। धन सतगुरु श्री गुरु अर्जन देव साहिब जी ने जदों श्री रामसर साहिब जी के अस्थान ते संपूर्ण बाणी लिखवाई है, तो उस वक्त साध संगत जी उस सलोक 12 ते वधीक उपरंत नावें पातशाह दे सलोकां दी जगह छड्ड के फिर गुरु गरीब नवाज जी ने अगे ये मुंदावणी उचारण करके लिखी है। मुंदावणी श्री गुरु ग्रंथ साहिब जी की बाणी विच है की है, बाणी दे भंडार दे विच की रखिया है, की इसका भाव अर्थ है, ये श्री गुरु ग्रंथ साहिब के स्वरूप की रचना क्यों हुई है, ये तो गुरु क्या सिखां नूं आम संसार नूं की मुख प्राप्ति होनी है। ये महाराज जी ने इस मुंदावणी दे विच पावन बचन उचारण किया है। सोरठ राग की वार दे विच भी मुंदावणी के सलोक सतगुरु गरीब नवाज जी ने उचारण किए ने, पर उत्थे मुंदावणी का अर्थ बुझारत हुंदा है, उत्थे इस बुझारत नूं बंद रखिया होया है। यह मुंदावणी सतगुरु पाई गुरसिखां लद्दी भाल, यह मुंदावणी क्यों विचों कढ़िए अंतर रखिए उर धार। सो इस प्रकार वो बुझारत सतगुरु गरीब नवाज जी ने उत्थे कायम रखी है। उस बुझारत नूं सतगुरु गरीब नवाज जी ने इत्थे हुण अखीर दे विच खोलिया है। थाल विच तीन वस्तु पईओ, सत संतोख विचारो। श्री गुरु ग्रंथ साहिब जी एक ऐसा अध्यात्मक
ਐਸਾ ਰੂਹਾਨੀ ਥਾਲ ਹੈ ਜਿਹਦੇ ਵਿੱਚ ਪ੍ਰਮੁੱਖ ਰੂਪ ਵਿੱਚ 3 ਵਸਤੂਆਂ ਰੱਖੀਆਂ ਨੇ। ਹੁਣ ਬੁਝਾਰਤ ਕੀ ਬਣਦੀ ਹੈ ਤੇ ਇਹ ਬੁਝਾਰਤ ਖੁੱਲ੍ਹਦੀ ਕਿਵੇਂ ਹੈ? ਸਤ ਸੰਤੋਖ ਵਿਚਾਰੋ, ਇਹ 3 ਵਸਤੂਆਂ ਬਣ ਗਈਆਂ ਨਾ। ਇੱਕ ਸਤ, ਦੂਸਰਾ ਸੰਤੋਖ ਤੇ ਤੀਸਰੀ ਵਿਚਾਰ। ਤੇ ਅੱਗੇ ਬਚਨ ਕਹਿ ਦਿੱਤਾ ਕਿ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਇਸ ਦੇ ਵਿੱਚ ਪ੍ਰਮਾਤਮਾ ਦਾ ਅੰਮ੍ਰਿਤ ਨਾਮ ਪਿਆ ਹੋਇਆ ਹੈ, ਜਿਸ ਨਾਮ ਦਾ ਸਾਰਿਆਂ ਨੂੰ ਆਧਾਰ ਹੈ, ਸਭ ਨੂੰ ਆਸਰਾ ਹੈ। ਸੋ ਹੁਣ ਇੱਥੇ ਵਿਚਾਰ ਕਰੀਏ ਕਿ ਇਹ ਵਸਤੂਆਂ 4 ਬਣ ਗਈਆਂ, ਪਰ ਲਿਖਿਆ ਹੈ 3 ਵਸਤੂ ਪਈਓ। ਸੋਰਠ ਰਾਗ ਦੀ ਵਾਰ ਦੇ ਵਿੱਚ ਵੀ ਬਚਨ ਹੈ ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤਸਾਰ, ਉੱਥੇ ਵੀ 3 ਵਸਤੂਆਂ ਨੇ। ਸੋ ਇਹ ਬੁਝਾਰਤ ਇਉਂ ਖੁੱਲ੍ਹਦੀ ਹੈ ਕਿ ਥਾਲ ਵਿੱਚ 3 ਵਸਤੂ ਪਈਓ। ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਰੂਹਾਨੀਅਤ ਦੇ ਥਾਲ ਵਿੱਚ ਪ੍ਰਮੁੱਖ ਰੂਪ ਵਿੱਚ 3 ਵਸਤੂਆਂ ਪਈਆਂ ਨੇ। ਸਤ ਸੰਤੋਖ ਵਿਚਾਰੋ। ਵਿਚਾਰੋ ਤੋਂ ਭਾਵ ਵਿਚਾਰਨਾ ਕਰੋ, ਵਿਚਾਰ ਲਵੋ ਕਿ ਇਹ 3 ਵਸਤੂਆਂ ਨੇ। ਇੱਕ ਸਤ ਹੈ, ਇੱਕ ਸੰਤੋਖ ਹੈ ਤੇ ਤੀਸਰਾ ਅੰਮ੍ਰਿਤ ਨਾਮ ਹੈ। ਵਿਚਾਰੋ ਤੋਂ ਭਾਵ ਵਿਚਾਰ ਕਰ ਲਵੋ, ਇਸ ਗੱਲ ਨੂੰ ਵਿਚਾਰ ਲਵੋ, ਜਾਣ ਲਵੋ ਕਿ ਥਾਲ ਵਿੱਚ ਇਹ 3 ਵਸਤੂਆਂ ਨੇ। ਇੱਕ ਸਤ ਹੈ, ਇੱਕ ਸੰਤੋਖ ਹੈ ਤੇ ਸਤ ਸੰਤੋਖ ਦੇ ਨਾਲ ਪਰਮਾਤਮਾ ਦਾ ਨਾਮ ਹੈ, ਜਿਸ ਦਾ ਸਭਨਾਂ ਨੂੰ ਆਧਾਰ ਹੈ, ਆਸਰਾ ਹੈ। ਭਾਈ ਇਸ ਗੱਲ ਦੀ ਵਿਚਾਰ ਕਰੋ। ਇਉਂ ਇਹ ਬੁਝਾਰਤ ਖੁੱਲ੍ਹਦੀ ਹੈ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਭੇਦ ਸਨਮੁਖ ਰੱਖਦੇ ਨੇ। ਤੇ ਮਹਾਰਾਜ ਕਹਿੰਦੇ ਨੇ ਜਿਹੜਾ ਇਹਨਾਂ ਵਸਤੂਆਂ ਨੂੰ ਖਾਂਦਾ ਹੈ, ਜਿਹੜਾ ਭੋਗਦਾ ਹੈ, ਉਸ ਦਾ ਉਧਾਰ ਹੁੰਦਾ ਹੈ, ਪਾਰ ਉਤਾਰਾ ਹੁੰਦਾ ਹੈ। ਔਰ ਇਹ ਪ੍ਰਕਾਰ ਇਹ ਜਿਹੜੀ ਨਾਮ ਰੂਪੀ ਵਸਤੂ ਹੈ ਨਾ, ਇਹ ਤਜੀ ਨਹੀਂ ਜਾ ਸਕਦੀ। ਇਹ ਸਵਾਦ ਹੀ ਇੰਨੀ ਹੈ, ਇਹਦੇ ਵਿੱਚੋਂ ਆਨੰਦ ਹੀ ਇੰਨਾ ਆਉਂਦਾ ਹੈ। ਤੇ ਨਾਮ ਰੂਪੀ ਵਸਤੂ ਨਾਲ ਹੀ ਅੱਗੇ ਸਤ ਅਤੇ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਪ੍ਰਕਾਰ ਇਹ ਤਿਆਗੀ ਨਹੀਂ ਜਾ ਸਕਦੀ, ਛੱਡਿਆ ਨਹੀਂ ਜਾ ਸਕਦਾ। ਨਿਤਾ ਪ੍ਰਤੀ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕਰੋ। ਭਾਈ ਇਹ ਸੰਸਾਰ ਜਿਹੜਾ ਅਗਿਆਨਤਾ ਦਾ ਹਨੇਰਾ ਰੂਪ ਹੈ, ਗੁਰੂ ਕੇ ਚਰਨੀ ਲੱਗ ਕੇ ਹੀ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੁੰਦਾ ਹੈ। ਤੇ ਪਤਾ ਲੱਗ ਜਾਂਦਾ ਹੈ ਕਿ ਨਹੀਂ, ਇਹ ਸੰਸਾਰ ਕੇਵਲ ਅਗਿਆਨ ਰੂਪ ਹੀ ਨਹੀਂ, ਬਲਕਿ ਇਹ ਤਾਂ ਬ੍ਰਹਮ ਦਾ ਪਸਾਰਾ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਸਾਰਿਆਂ ਵਿੱਚ ਉਹ ਬ੍ਰਹਮ ਹੀ ਨਜ਼ਰੀ ਆਉਣ ਲੱਗ ਪੈਂਦਾ ਹੈ। ਐਸੀ ਕਿਰਪਾ ਕਰਨ ਵਾਲੇ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਇਹ ਸਾਰੀ ਗੁਰਬਾਣੀ ਦਾ ਵਿਸ਼ਾ ਵਸਤੂ ਸਤਿਗੁਰੂ ਗਰੀਬ ਨਿਵਾਜ ਜੀ ਨੇ ਰੱਖੀ ਹੈ। ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਿਖਾਏ ਜਾਣ ਦਾ ਮਹਾਨ ਕਾਰਜ ਜਿਹੜਾ ਸੀ ਉਹ ਸੰਪੂਰਨ ਹੋ ਰਿਹਾ ਹੈ। ਇਸ ਲਈ ਅਗਲਾ ਸ਼ਲੋਕ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਸਤਿਗੁਰੂ ਗਰੀਬ ਨਿਵਾਜ ਜੀ ਉਚਾਰਨ ਕਰਦੇ ਹਨ। ਸ਼ਲੋਕ ਮਹੱਲਾ ਪੰਜਵਾ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ। ਕੀਤੋ ਈ, ਇਸ ਪ੍ਰਕਾਰ ਪਾਠ ਕਰਨਾ ਹੈ, ਕੀਤੋ ਈ। ਹਾਂਜੀ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤੇਰਾ ਕੀਤਾ ਜਾਤੋ ਨਾਹੀ, ਮੈਨੋ, ਇਹ ਖਿਆਲ ਰੱਖਣਾ, ਮੈਨੂੰ ਨਹੀਂ ਬੋਲਣਾ, ਭਾਵ ਕਿ ਦੁਲੈਂਕੜ ਨਹੀਂ ਲਗਾਉਣੀ, ਟਿੱਪੀ ਨਹੀਂ ਲਗਾਉਣੀ ਨੰਨੇ ਉੱਪਰ, ਨੰਨੇ ਨੂੰ ਹੋੜਾ। ਮੈਨੋ, ਮੈਨੋ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਕੀਤੋ ਈ, ਕੀਤੋਈ, ਪਇਓਈ, ਪਇਓਈ। ਇਸ ਪ੍ਰਕਾਰ ਇਹਨਾਂ ਅੱਖਰਾਂ ਦੇ ਉਚਾਰਨ ਹਨ। ਤਰਸ ਪਾਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਤਰਸ ਪਾਇਆ, ਪਿਆ ਨਹੀਂ ਬੋਲਣਾ, ਪੱਪੇ ਸਿਹਾਰੀ ਐੜੇ ਕੰਨਾ ਅੱਖਰ ਬਣਦਾ ਪਿਆ, ਪਰ ਆਪਾਂ ਦਰਸ਼ਨ ਕਰ ਰਹੇ ਹਾਂ ਪੱਪਾ ਈੜੀ ਸਿਹਾਰੀ ਐੜੇ ਕੰਨਾ ਪਾਇਆ। ਤਰਸ ਪਾਇਆ ਮਿਹਰਾਮਤ ਹੋਈ। ਮਿਹਰਾ ਮਤ ਇਸ ਤਰ੍ਹਾਂ ਵੱਖਰਾ ਵੱਖਰਾ ਨਿਖੇੜ ਕੇ ਨਹੀਂ ਬੋਲਣਾ, ਮਿਹਰਾਮਤ ਪਾਠ ਇਕੱਠਾ ਕਰਨਾ, ਰਾਰੇ ਦੇ ਕੰਨੇ ਨੂੰ ਥੋੜ੍ਹਾ ਜ਼ੋਰ ਦੇ ਕੇ। ਤਰਸ ਪਾਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਹਾਂਜੀ।
ਇਕ ਓੰਕਾਰ ਸਤਿਗੁਰ ਪ੍ਰਸਾਦ। ਜਦੋਂ ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬਾਣੀ ਲਿਖੀ ਗਈ ਹੈ ਤਾਂ ਇਤਿਹਾਸ ਵਿੱਚ ਵਰਣਨ ਆਉਂਦਾ ਹੈ, ਜਿੰਨੇ ਰਾਗ ਰਾਗਣੀਆਂ ਮੰਨੇ ਜਾਂਦੇ ਹਨ, ਇਹਨਾਂ ਰਾਗਾਂ ਦੇ ਵੀ ਸਵਰਗਾਂ ਵਿੱਚ ਦੇਵਤੇ ਮੰਨੇ ਜਾਂਦੇ, ਸਰੂਪ ਮੰਨੇ ਜਾਂਦੇ ਹੈ, ਔਰ ਇਹ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹੈ, ਵਾਹਿਗੁਰੂ ਕੇ ਮੰਗਲ ਗਾਇਨ ਕਰਦੇ ਹੈ। ਆਪਾਂ ਆਨੰਦ ਸਾਹਿਬ ਵਿੱਚ ਰੋਜ਼ ਪੜ੍ਹਦੇ ਆ ਨਾ, ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਵੀ ਉਚਾਰਨ ਕਰਦੇ ਨੇ, ਰਾਗ ਰਾਗਨੀ ਮੰਗਲ ਗਾਇਆ। ਰਾਗਾਂ ਤੇ ਰਾਗਣੀਆਂ ਜਿਹੜੇ ਨੇ ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਗਾਇਨ ਕਰਦੇ ਨੇ। ਇਉਂ ਖੁਸ਼ੀਆਂ ਦੇ ਇਸ ਮੌਕੇ ਤੇ ਜਦੋਂ ਕਿ ਧੰਨ ਸਤਿਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਲਿਖਾਈ ਦਾ ਕਾਰਜ ਸੰਪੂਰਨ ਕਰ ਰਹੇ ਹੈ, ਤਾਂ ਉਸ ਵਕਤ ਸਭ ਦੇਵਤੇ ਵੀ ਜੈ ਜੈਕਾਰ ਕਰਦੇ ਨੇ ਤੇ ਰਾਗ ਰਾਗਣੀਆਂ ਵੀ ਗੁਰੂ ਕੇ ਮੰਗਲ ਗਾਉਣ ਵਾਸਤੇ, ਗੁਰੂ ਕੀ ਸਿਫਤ ਸਲਾਹ ਕਰਨ ਵਾਸਤੇ ਆਏ ਹੈ। ਨਾਲ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ, ਜਿੱਥੇ ਕੁੱਲ ਸੰਸਾਰ ਤੇ ਆਪ ਜੀ ਨੇ ਕਿਰਪਾ ਕੀਤੀ, ਕੁੱਲ ਦੁਨੀਆ ਨੂੰ ਮਹਾਨ ਉਪਦੇਸ਼ ਆਪ ਜੀ ਨੇ ਬਖਸ਼ਿਸ਼ ਕੀਤਾ ਹੈ, ਜਿਸ ਦੇ ਨਾਲ ਸਭਨਾ ਜੀਵਾਂ ਦਾ ਸੰਸਾਰ ਤੋਂ ਪਾਰ ਉਤਾਰਾ ਹੋਵੇਗਾ, ਉੱਥੇ ਸਾਡੇ ਤੇ ਵੀ ਕਿਰਪਾ ਕਰ ਦਿਓ ਮਹਾਰਾਜ। ਗੁਰੂ ਗਰੀਬ ਨਿਵਾਜ ਜੀ, ਸਾਡਾ ਵੀ ਕਲਿਆਣ ਹੋਵੇ, ਸਾਡਾ ਵੀ ਭਲਾ ਹੋਵੇ। ਕਲਯੁਗ ਦੇ ਸਮੇਂ ਦੇ ਲੋਕ ਰਾਗ ਵਿਦਿਆ ਦੀ ਪੂਰੀ ਸਮਝ ਨਾ ਰੱਖਦਿਆਂ ਹੋਇਆਂ ਸੋ ਰਾਗਾਂ ਦੇ ਪਰਿਵਾਰਾਂ ਨੂੰ ਕੋਈ ਕਿਸੇ ਹਿਸਾਬ ਨਾਲ, ਕੋਈ ਕਿਸੇ ਹਿਸਾਬ ਨਾਲ ਗਾਈ ਜਾਂਦਾ ਹੈ। ਇਉਂ ਮਹਾਰਾਜ ਅਸੀਂ ਬੜੇ ਦੁਖੀ ਹੁੰਦੇ ਹਾਂ, ਸਾਡਾ ਵੀ ਕਲਿਆਣ ਕਰੋ, ਸਾਡਾ ਵੀ ਭਲਾ ਕਰੋ। ਤਾਂ ਉਸ ਵਕਤ ਰਾਗਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਰਾਗ ਮਾਲਾ ਲਿਖਾਈ ਹੈ। ਰਾਗ ਮਾਲਾ ਭਾਵ ਰਾਗਾਂ ਦੀ ਪੰਗਤੀ। 6 ਮੁੱਖ ਰਾਗ ਮੰਨੇ ਜਾਂਦੇ ਨੇ ਤੇ ਇੱਕ ਇੱਕ ਰਾਗ ਦੀਆਂ 5-5 ਇਸਤਰੀਆਂ ਭਾਵ ਕੇ ਰਾਗਣੀਆਂ ਮੰਨੀਆਂ ਜਾਂਦੀਆਂ ਤੇ ਫਿਰ ਉਸ ਇੱਕ ਇੱਕ ਰਾਗ ਦੇ 8-8 ਪੁੱਤਰ ਜਿਹੜੇ ਨੇ ਇਹ ਮੰਨੇ ਜਾਂਦੇ ਨੇ। ਇਹ ਰਾਗਾਂ ਦਾ ਪਰਿਵਾਰ ਮੰਨਿਆ ਜਾਂਦਾ ਹੈ, ਜਿਹਦੇ ਬਾਰੇ ਤੀਸਰੇ ਪਾਤਸ਼ਾਹ ਜੀ ਵੀ ਫਰਮਾਉਂਦੇ ਨੇ, ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣ ਆਈਆ। ਇਉਂ ਰਾਗਾਂ ਦੇ ਪਰਿਵਾਰਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਗ ਵਿਦਿਆ ਦੀ ਸੋਝੀ ਵਾਸਤੇ, ਕਿਉਂਕਿ ਗੁਰਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੈ ਨਾ, ਜਿਨ੍ਹਾਂ ਰਾਗਾਂ ਵਿੱਚ ਗੁਰਬਾਣੀ ਉਚਾਰੀ ਉਹਨਾਂ ਤੋਂ ਇਲਾਵਾ ਹੋਰ ਵੀ ਰਾਗ, ਜਿਵੇਂ ਕਿ ਜਿਹੜੇ 31 ਪ੍ਰਮੁੱਖ ਰਾਗ ਨੇ, ਉਹਨਾਂ 31 ਪ੍ਰਮੁੱਖ ਰਾਗਾਂ ਦੇ ਨਾਲ ਨਾਲ ਮਿਸ਼ਰਤ ਰਾਗ ਵਿੱਚ ਹੀ ਆ ਜਾਂਦੇ ਹੈ, ਜਿਵੇਂ ਆਸਾਵਰੀ ਹੈ। ਔਰ ਇਸੇ ਪ੍ਰਕਾਰ ਜਿਵੇਂ ਹਿੰਡੋਲ ਹੈ, ਬਸੰਤ ਦੇ ਨਾਲ ਹੀ ਹਿੰਡੋਲ ਆ ਜਾਂਦਾ ਹੈ, ਇਸੇ ਤਰ੍ਹਾਂ ਹੋਰ ਵੀ ਰਾਗ ਵਿੱਚ ਆ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਸੋ ਇਸ ਪ੍ਰਕਾਰ ਇਹ ਰਾਗਾਂ ਦੇ ਜਿਹੜੇ ਪਰਿਵਾਰ ਹਨ, ਉਹਨਾਂ ਪਰਿਵਾਰਾਂ ਦਾ ਵਰਣਨ ਕਰਦਿਆਂ ਹੋਇਆਂ ਉਹਨਾਂ ਨੂੰ ਵੀ ਮਹਾਰਾਜ ਜੀ ਨੇ ਕਿਰਪਾ ਕਰਕੇ ਸੋ ਕਲਿਆਣ ਬਖਸ਼ਿਆ, ਭਲਾ ਬਖਸ਼ਿਆ ਹੈ। ਇਉਂ ਆਪ ਸਤਿਗੁਰੂ ਅਰਜਨ ਦੇਵ ਜੀ ਨੇ ਇਹ ਰਾਗ ਮਾਲਾ ਲਿਖਾਈ ਹੈ। ਬਹੁਤ ਵੱਡਾ ਜਦੋਂ ਰੌਲਾ ਪਿਆ ਸੀ ਪੰਥ ਵਿੱਚ, ਉਦੋਂ ਕਰਤਾਰਪੁਰ ਸਾਹਿਬ ਵਾਲੇ ਉਹ ਸਰੂਪ ਜਿਹੜਾ ਕਿ ਸਭ ਤੋਂ ਪਹਿਲਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਲਿਖਾਇਆ, ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ, ਇਹ ਉਸ ਵੇਲੇ ਨਿਸ਼ਚਾ ਹੋਇਆ ਸੀ ਕਿ ਉਸ ਸਰੂਪ ਦੇ ਦਰਸ਼ਨ ਕੀਤੇ ਜਾਣ। ਜਦੋਂ ਉਸ ਸਰੂਪ ਦੇ ਦਰਸ਼ਨ ਕੌਮ ਦੇ ਵਿਦਵਾਨਾਂ ਵੱਲੋਂ, ਮਹਾਂਪੁਰਖਾਂ ਵੱਲੋਂ ਕੀਤੇ ਗਏ, ਸਾਰਿਆਂ ਦੇ ਸਿਰ ਸ਼ਰਧਾ ਭਾਵਨਾ ਨਾਲ ਝੁਕ ਗਏ ਸੀ ਕਿ ਉਹੀ ਕਲਮ ਹੈ, ਉਹੀ ਅੱਖਰਾਂ ਦੀ ਬਨਾਵਟ ਹੈ, ਉਹੀ ਲਿਖਣ ਦਾ ਢੰਗ ਹੈ ਤੇ ਉਹੀ ਲਿਖਣ ਦਾ ਸਮਾਂ ਹੈ। ਭਾਵ ਕਿ ਇੱਕੋ ਸਮੇਂ ਹੀ ਸਾਰਾ ਉਹ ਸਰੂਪ ਲਿਖਿਆ ਗਿਆ, ਕੋਈ ਬਾਅਦ ਵਿੱਚ ਵਾਧ ਘਾਟ ਨਹੀਂ ਹੋਈ। ਇਉਂ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਆਪ ਸਤਿਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਇਹ ਰਾਗਮਾਲਾ ਬਾਣੀ ਜਿਹੜੀ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਲਿਖਾਈ ਹੈ। ਔਰ ਇਸ ਪ੍ਰਕਾਰ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਇਹ ਬਚਨ ਆਉਂਦੇ ਨੇ, ਪਾਵਹਿ ਭੋਗ ਰਾਗ ਮਾਲਾ ਪੜ, ਖਿਨ ਮਹਿ ਪਾਪ ਜਾਇ ਤਾਕੇ ਸਾੜ, ਰਾਗ ਮਾਲ ਪੜ ਹੋਵਤ ਪੂਰਾ, ਰਾਗ ਮਾਲ ਬਿਨ ਪਾਠ ਅਧੂਰਾ। ਤੇ ਨਾਲ ਇਹ ਵੀ ਬਚਨ ਆਉਂਦੇ ਨੇ, ਧਾਰ ਪ੍ਰੇਮ ਗੁਰ ਗ੍ਰੰਥ ਕਾ, ਪਾਠ ਕਰੇ ਮਨ ਲਾਏ, ਰਾਗ ਮਾਲ ਪੜ ਪ੍ਰੇਮ ਸੋ, ਭੋਗ ਜਪਜੀ ਤੇ ਪਾਏ।
ਸੋ ਇਸ ਪ੍ਰਕਾਰ ਇਹ ਜਿਹੜੇ ਨੇ ਪ੍ਰਾਤਨ ਇਹ ਵਰਣਨ ਆਉਂਦੇ ਨੇ। ਆਓ ਇਹ ਰਾਗਮਾਲਾ ਦਾ ਪਾਠ ਆਪਾਂ ਸ਼ਰਧਾ ਭਾਵਨਾ ਨਾਲ ਕਰੀਏ ਅਤੇ ਸੁਣੀਏ ਜੀ। 1 ਮਿੰਟ ਮਹਾਂਪੁਰਖ ਸੰਤ ਸੁਰਜੀਤ ਸਿੰਘ ਜੀ ਕੁਝ ਬਚਨ ਸੰਗਤਾਂ ਨਾਲ ਸਾਂਝੇ ਕਰਨਗੇ। ਵਾਹਿਗੁਰੂ। ਹਾਂਜੀ, ਰਾਗਮਾਲਾ ਬਾਰੇ ਜਿੱਥੇ ਪਹਿਲਾਂ ਭੋਗ ਦੇ ਸਲੋਕਾਂ ਬਾਰੇ ਬੜੇ ਵਿਸਥਾਰ ਨਾਲ ਸਤਿਕਾਰਯੋਗ ਗਿਆਨੀ ਮਹਾਰਾਜ ਨੇ ਆਪਾਂ ਨੂੰ ਸਮਝਾਉਣਾ ਕੀਤਾ, ਰਾਗਮਾਲਾ ਬਾਰੇ ਵੀ ਸਮਝਾ ਰਹੇ ਨੇ। ਕੁਝ ਹੋਰ ਬੇਨਤੀਆਂ ਨੇ, ਉਹ ਇਸ ਪ੍ਰਕਾਰ ਆ ਕਿ ਰਾਗ ਜਿਹੜੇ ਨੇ ਪ੍ਰਤੱਖ ਨੇ। ਧਿਆਨ ਦੇਣ ਯੋਗ ਬੇਨਤੀ ਸੁਣਿਓ। ਰਾਗ ਪ੍ਰਤੱਖ ਹੁਣ ਤੱਕ ਵੀ ਵਰਤਦੇ ਨੇ। ਸਿਆਣਿਆਂ ਕੋਲੋਂ ਸੁਣਿਆ ਕਿ ਖਾਲਸਾ ਰਾਜ ਸਮੇਂ ਦਾ ਬਚਨ ਹੈ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਜਿਸ ਸਮੇਂ ਲਾਹੌਰ ਦੇ ਤਖਤ 'ਤੇ ਸੁਭਾਏਮਾਨ ਸਨ, ਖਾਲਸਾ ਰਾਜ ਆਪਣੇ ਜੋਬਨ 'ਤੇ ਸੀ। ਉਹਨਾਂ ਸਮਿਆਂ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਸਥਾਨਾਂ 'ਤੇ ਰਾਗੀ ਜੱਥਾ ਸੇਵਾ ਸੀ, ਜਿਹਦਾ ਨਾਮ ਭਾਈ ਪ੍ਰੇਮ ਸਿੰਘ ਸੀ। ਬੜਾ ਹੀ ਪ੍ਰੇਮ ਵਾਲੇ ਸਨ। ਰਾਗਾਂ ਦਾ ਬੋਧ, ਰਾਗਾਂ ਦਾ ਗਿਆਨ, ਰਾਗ ਕਿਸ ਸਮੇਂ ਕਿਹੜਾ ਰਾਗ ਲਾਉਣਾ ਹੈ, ਉਹ ਸਾਰਾ ਹੀ ਬੋਧ ਰੱਖਦੇ ਸਨ ਭਾਈ ਪ੍ਰੇਮ ਸਿੰਘ ਜੀ। ਬੜੇ ਪ੍ਰਸਿੱਧ ਸਨ ਪੰਥ ਦੇ ਵਿੱਚ। ਤੋ ਸਾਧ ਸੰਗਤ ਜੀ, ਮਹਾਰਾਜਾ ਰਣਜੀਤ ਸਿੰਘ ਜੀ ਹੋਰਾਂ ਨੂੰ ਵੀ, ਸਿੰਘ ਸਾਹਿਬ ਜੀ ਨੂੰ, ਮਹਾਰਾਜ ਜੀ ਨੂੰ ਪਤਾ ਸੀ, ਮੋਤੀਆਂ ਵਾਲੀ ਸਰਕਾਰ ਨੂੰ ਰਾਗੀ ਪ੍ਰੇਮ ਸਿੰਘ ਬਾਰੇ ਉਹਨਾਂ ਨੇ ਸੁਣਿਆ ਸੀ ਵੀ ਬੜੇ ਪ੍ਰੇਮ ਭਰੇ ਹਿਰਦੇ ਵਾਲੇ ਨੇ, ਗੁਰੂ ਦੀ ਸ਼ਰਧਾ ਵਾਲੇ ਨੇ, ਪ੍ਰਸਿੱਧ ਰਾਗੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਸਥਾਨ 'ਤੇ। ਉਹਨਾਂ ਦਾ ਇਹ ਵਿਚਾਰ ਹੋਇਆ, ਉਹਨਾਂ ਨੂੰ ਮੈਂ ਕੀਰਤਨ ਸੁਣਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ। ਤੋ ਆਪਣੇ ਕੁਝ ਅਹਿਲਕਾਰ ਭੇਜੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਕੇਸਗੜ੍ਹ ਸਾਹਿਬ ਵਿਖੇ ਤਖਤ ਸਾਹਿਬ 'ਤੇ ਰਾਗੀ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਕਿ ਲਾਹੌਰ ਤੁਸੀਂ ਚੱਲੋ, ਤੁਹਾਨੂੰ ਮਹਾਰਾਜ ਸਾਹਿਬ ਨੇ ਬੁਲਾਇਆ, ਉੱਥੇ ਤੁਹਾਡੇ ਕੋਲ ਕੀਰਤਨ ਸਰਵਣ ਕਰਨਾ। ਅਤੇ ਰਾਗੀ ਸਿੰਘ ਜਿਹੜੇ ਸਾਧ ਸਿੰਘ ਜੀ ਬੜੇ ਅਧਿਆਤਮਿਕ ਪੁਰਸ਼ ਸਨ, ਬੇਪਰਵਾਹ ਸਨ। ਉਹਨਾਂ ਨੇ ਰਾਜੇ ਦੀ ਤਾਂ ਇਤਨੀ ਪ੍ਰਵਾਹ ਨਹੀਂ ਕੀਤੀ ਜਿਤਨਾ ਉਹਨਾਂ ਨੂੰ ਤਖਤ ਸਾਹਿਬ ਦਾ ਪ੍ਰੇਮ ਭਾਵਨਾ ਸੀ। ਉਹ ਕਹਿੰਦਾ ਵੀ ਜੀ ਰਾਗ ਸੁਣਦਾ ਮੈਂ ਕੇਸਗੜ੍ਹ ਸਾਹਿਬ ਦਾ, ਗੁਰੂ ਘਰ ਦਾ ਕੀਰਤਨੀਆ ਹੈ, ਅਤੇ ਮਹਾਰਾਜ ਸਾਹਿਬ ਇੱਥੇ ਆ ਜਾਣ, ਉੱਥੇ ਨਹੀਂ ਮੈਂ ਜਾ ਸਕਦਾ, ਇੱਥੇ ਆ ਜਾਣ, ਮੈਂ ਰਾਗ ਸੁਣਾਵਾਂਗਾ ਉਹਨਾਂ ਨੂੰ। ਤੋ ਸਾਧ ਸੰਗਤ ਜੀ, ਬੜੀ ਨਿਮਰਤਾ ਸਹਿਤ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਆਏ। ਆਪਣੇ ਨਾਲ ਅਹਿਲਕਾਰ ਸਾਰਾ ਅਮਲਾ ਪਹਿਲਾਂ ਨਾਲ ਹੀ ਲਿਆਉਣਾ ਸੀ ਨਾ। ਤੋ ਸਾਧ ਸੰਗਤ ਜੀ ਆਏ, ਰਾਤ ਰਹੇ, ਸਾਰੀ ਵਿਚਾਰ ਹੋਈ। ਇਸ ਪ੍ਰਕਾਰ ਹੋਇਆ ਕਿ ਵੀ ਕੱਲ੍ਹ ਸੁਬਾਹ ਗੁਰਮਤਾ ਹੋ ਗਿਆ। ਕੱਲ੍ਹ ਸੁਬਾਹ ਤੁਸੀਂ ਅੰਮ੍ਰਿਤ ਵੇਲੇ 2 ਵਜੇ ਦੇ ਲਗਭਗ ਇਸ਼ਨਾਨ ਪਾਣ ਸੋਧ ਕੇ ਤਿਆਰ ਪ੍ਰਤਿਆਰ ਹੋ ਕੇ ਨਿਤਨੇਮ ਕਰਕੇ ਆ ਜਾਣਾ। ਠੀਕ ਹੈ। ਤੋ ਸਾਧ ਸੰਗਤ ਜੀ ਐਸਾ ਹੀ ਹੋਇਆ। ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਤਖਤ ਸਾਹਿਬ ਹਾਜ਼ਰ ਹੋਏ, ਨਾਲ ਸਾਰਾ ਅਮਲਾ ਫੈਲਾ। ਉਹਨਾਂ ਨੂੰ ਇਹ ਵੀ ਬਚਨ ਕੀਤਾ ਸੀ ਵੀ ਤੁਸੀਂ ਚਿੱਟੇ ਵਸਤਰ ਪਾ ਕੇ ਆਉਣਾ ਸਾਰਿਆਂ ਨੇ। ਅਤੇ ਉਸ ਸਮੇਂ ਹੋਲੇ ਮਹੱਲੇ ਦਾ ਸਮਾਂ ਸੀਗਾ, ਦਿਨ ਚੱਲ ਰਹੇ ਸਨ ਬਸੰਤ ਰੁੱਤ। ਬਸੰਤ ਰਾਗ ਲਾਉਣਾ ਕੀਤਾ ਰਾਗੀ ਜੀ ਹੋਰਾਂ ਨੇ, ਪ੍ਰੇਮ ਸਿੰਘ ਹੋਰਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਅਸਥਾਨ 'ਤੇ। ਅਤੇ ਕੁਝ ਸਮਾਂ ਸਾਧ ਸੰਗਤ ਜੀ ਕਾਫੀ ਸਮਾਂ ਮਹਾਰਾਜ ਸਾਹਿਬ ਨੇ ਉੱਥੇ ਹਾਜ਼ਰੀ ਭਰੀ, ਰਣਜੀਤ ਸਿੰਘ ਜੀ ਨੇ। ਤੋ ਜਦੋਂ ਸਮਾਪਤੀ ਹੋਈ, ਉਹਨਾਂ ਸਾਰਿਆਂ ਦੇ ਜਿਹੜੇ ਵਸਤਰ ਸਨ ਉਹ ਬਸੰਤੀ ਹੋ ਗਏ ਸਨ। ਰਾਗਾਂ ਦੀ ਐਸੀ ਵਰਖਾ ਹੋਈ ਉੱਥੇ ਅਧਿਆਤਮੇ, ਜੋ ਰਾਗ ਪ੍ਰਤੱਖ ਨੇ, ਇਹਨਾਂ ਨੂੰ ਉਸ ਸਮੇਂ ਨਾਲ ਢੰਗ ਨਾਲ ਗਾਇਆ ਜਾਵੇ ਅਤੇ ਪ੍ਰਤੱਖ ਰੂਪ ਵਿੱਚ ਵਿਚਰਦੇ ਨੇ।
ਤੋ ਉਸ ਸਮੇਂ ਸਾਧ ਸੰਗਤ ਜਦੋਂ ਬਾਹਰ ਆਏ ਤੇ ਦੇਖਿਆ ਸਾਰਿਆਂ ਦੀ ਵਰਦੀ ਸਫੈਦ ਸੀ, ਚਿੱਟੀ ਸੀ, ਤੇ ਸਾਰੇ ਹੀ ਉਹ ਬਸੰਤੀ ਰੰਗ ਹੋ ਗਏ ਸਨ। ਤੋ ਇਹ ਰਾਗਾਂ ਦਾ ਵਰਤਾਰਾ ਹੈ। ਇੱਕ ਗੱਲ ਹੋਰ ਵੀ ਆਉਂਦੀ ਹੈ, ਸੰਕੋਚਣਾ ਮਹਾਂਪੁਰਸ਼ ਆ ਗਏ ਨੇ, ਆਪਾਂ ਸਮਾਂ ਸੰਕੋਚ ਕੇ ਲਾਉਣਾ ਬਹੁਤਾ ਨੇ। ਤੋ ਪੰਥ ਦੇ ਮਹਾਨ ਰਾਗੀ ਭਾਈ ਗੋਪਾਲ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂਵਾਲੇ, ਉਹਨਾਂ ਦੇ ਸਮੇਂ ਦਾ ਬਚਨ ਹੈ। ਰਾਗੀ ਗੋਪਾਲ ਸਿੰਘ ਮਹਾਂਪੁਰਸ਼ਾਂ ਨੂੰ ਕਹਿੰਦੇ, ਬੇਨਤੀ ਕੀਤੀ, ਮਹਾਂਪੁਰਸ਼ੋ ਮੇਰਾ ਅਭਿਆਸ ਬੜੇ ਮੈਂ ਤਕਨੀਕੀ ਢੰਗ ਨਾਲ ਕੀਰਤਨ ਸਰਵਣ ਕੀਤਾ, ਸਿੱਖਿਆ ਹੈ, ਅੱਗੇ ਮੇਰਾ ਅਸਰ ਨਹੀਂ ਪੈਂਦਾ, ਕੋਈ ਸੁਣਦਾ ਨਹੀਂ। ਤੇ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਬਚਨ ਕੀਤਾ, ਕਿਉਂਕਿ ਆਪ ਮਹਾਂਪੁਰਸ਼ ਇਸੇ ਸਮੁੱਚੀ ਬਾਣੀ ਦੇ ਅਭਿਆਸੀ ਸਨ, ਸਾਰੀ ਬਾਣੀ ਦੇ ਅਭਿਆਸੀ ਸਨ, ਰਾਗਮਾਲਾ ਦੇ ਨਿਤਨੇਮੀ ਸਨ। ਮਹਾਂਪੁਰਸ਼ਾਂ ਨੇ ਕਿਹਾ, ਭਾਈ ਤੂੰ 1.25 ਲੱਖ ਪਾਠ ਰਾਗਮਾਲਾ ਦਾ ਕਰ, ਨਾਲੇ ਤੇਰੇ ਰਾਗ ਪ੍ਰਤੱਖ ਹੋ ਜਾਣਗੇ, ਆ ਜਾ ਕਰਨਗੇ। ਜਦੋਂ ਬਾਜੇ ਤੇ ਹੱਥ ਧਰਿਆ ਕਰੇਗਾ, ਜੋੜੀ ਬਾਜੇ ਤੇ, ਰਾਗ ਸਾਰੇ ਹਾਜ਼ਰ ਹੋ ਜਾ ਕਰਨਗੇ। ਤੋ ਐਸਾ ਹੀ ਕੀਤਾ ਰਾਗੀ ਗੋਪਾਲ ਸਿੰਘ ਹੋਰਾਂ ਨੇ। 1.25 ਲੱਖ ਪਾਠ ਰਾਗਮਾਲਾ ਦਾ ਕੀਤਾ ਸਾਧ ਸੰਗਤ ਦੀ। ਤੋ ਉਸ ਸਮੇਂ ਫਿਰ ਐਸੀ ਕਿਰਪਾਲਤਾ ਹੋਈ, ਗੁਰਾਂ ਦੀ ਪ੍ਰਸੰਨਤਾ ਹੋਈ। ਸੰਗਤਾਂ ਜਿੱਥੇ ਜਦੋਂ ਰਾਗੀ ਜੀ ਆ ਜਾਂਦੇ ਸਨ, ਤੇ ਜਦੋਂ ਕਦੇ ਕੀਰਤਨ ਕਰਦੇ ਸਨ ਸਾਧ ਸੰਗਤ ਜੀ, ਤੋ ਐਸਾ ਹੁੰਦਾ ਹੀ ਜਿਵੇਂ ਸਮਝ ਲਓ ਬਈ ਗੁਪਤ ਰੂਪ ਵਿੱਚ ਸੰਗਤਾਂ ਮੁਗਧੀ ਹੋ ਜਾਂਦੀਆਂ ਸਨ ਰਾਗ ਦੇ ਨਾਲ। ਐਸੀ ਰਾਗਮਾਲਾ ਦੀ ਕਲਾ ਹੈ। ਤੋ ਇੱਥੇ ਆਪਾਂ ਸੰਕੋਚਦੇ ਹਾਂ, ਅੱਗੇ ਪਾਠ ਕਰੀਏ। ਗੁਰਮੁਖ ਪਿਆਰੇ ਪ੍ਰੇਮੀ ਜਨ ਜਿੱਥੇ ਬਾਣੀਆਂ ਦਾ ਹੋਰ ਨਿਤਨੇਮ ਕਰਦੇ ਨੇ, ਰਾਗਮਾਲਾ ਦਾ ਨਿਤਨੇਮ ਵੀ ਬਹੁਤ ਸਾਰੇ ਪ੍ਰੇਮੀ ਕਰਦੇ ਨੇ, ਤੇ ਸਾਨੂੰ ਇਸ ਬਾਣੀ ਦਾ ਨਿਤਨੇਮ ਕਰਨਾ ਚਾਹੀਦਾ, ਆਪਣੇ ਨਿਤਨੇਮ ਵਿੱਚ ਸ਼ਾਮਲ ਕਰਨੀ ਚਾਹੀਦੀ ਬਾਣੀ। ਮਹਾਂਪੁਰਸ਼ ਆ ਗਏ ਨੇ, ਆਪਾਂ ਅੱਗੇ ਸਮਾਗਮ ਦੀ ਸਮਾਪਤੀ ਵੱਲ ਨੂੰ, ਭੋਗ ਵੱਲ ਨੂੰ ਵਧਣਾ ਕਰੀਏ। ਆਓ ਜੀ ਗਿਆਨੀ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗਮਾਲਾ ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲਾਪਹਿ ਆਠਾਉ ਨੰਦਨ। ਪ੍ਰਥਮ ਰਾਗ ਭੈਰਵ ਵੈ ਕਰਹੀ, ਪੰਚ ਰਾਗਨੀ ਸੰਗ ਉਚਰਹੀ। ਪ੍ਰਥਮ ਭੈਰਵੀ ਬਿਲਾਵਲੀ, ਪੁੰਨਿਆਕੀ ਗਾਵਹਿ ਬੰਗਲੀ। ਪੁੰਨਿਆਕੀ ਪਾਠ ਇਕੱਠਾ ਕਰਨਾ, ਪੁੰਨਿਆ ਕੀ ਵੱਖਰਾ ਵੱਖਰਾ ਨਹੀਂ ਕਰਨਾ। ਪੁੰਨਿਆਕੀ ਗਾਵਹਿ ਬੰਗਲੀ। ਪੁਨਿਅਸ ਲੇਖੀ ਕੀ ਭਾਈ ਬਾਰੀ, ਏ ਭੈਰਵ ਕੀ ਪਾਚਉ ਨਾਰੀ। ਪੰਚਮ ਹਰਖ ਦਿਸਾਖ ਸੁਨਾਵਹਿ, ਬੰਗਾਲਮ ਮਦ ਮਾਧਵ ਗਾਵਹਿ। ਲਲਤ ਬਿਲਾਵਲ ਗਾਵਹੀ, ਆਪਣੀ ਆਪਣੀ ਭਾਂਤ। ਅਸਟ ਪੁੱਤਰ ਭੈਰਵ ਕੇ, ਗਾਵਹਿ ਗਾਇਨ ਪਾਤਰ। ਦੁਤੀਆ ਮਾਲ ਕੌਸਕ ਆਲਾਪਹਿ। ਦੁਤੀਆ ਮਾਲ ਕੌਸਕ ਆਲਾਪਹਿ। ਮਾਲ ਕੌਸਕ ਇਉਂ ਇਹ ਦੋਵੇਂ ਅੱਖਰ ਸੰਬੰਧਕ ਕਰਕੇ ਇਕੱਠਾ ਬੋਲਣਾ। ਮਾਲ ਕੌਸ ਰਾਗ ਦਾ ਨਾਮ ਹੈ, ਸਤਿਗੁਰੂ ਜੀ ਨੇ ਉਸ ਨੂੰ ਮਾਲ ਕੌਸਕ ਲਿਖਿਆ ਹੈ। ਸੱਕ ਅਲਾਪ ਹੈ ਕਰਕੇ ਪਾਠ ਨਹੀਂ ਕਰਨਾ। ਦੁਤੀਆ ਮਾਲ ਕੌਸਕ ਆਲਾਪ ਹੈ। ਸੰਗ ਰਾਗਨੀ ਪਾਚਉ ਥਾਪਹਿ, ਗੋਡ ਕਰੀ ਅਰ ਦੇਵ ਗੰਧਾਰੀ। ਗੰਧਾਰੀ ਸੀਹੁਤੀ ਉਚਾਰੀ, ਤਨਾਸਰੀ। ਸੀਹੁਤੀ ਗੰਧਾਰੀ, ਸੀਹੁਤੀ ਉਚਾਰੀ। ਸੀਹੁਤੀ ਪਾਠ ਇਕੱਠਾ ਹੈ ਜੀ। ਤਨਾਸਰੀ ਏ ਪਾਚੋ ਗਾਈ, ਮਾਲ ਰਾਗ ਕੌਸਕ ਸੰਗ ਲਾਈ। ਮਾਰੂ ਪਾਠ ਉੱਪਰ ਖਿਆਲ ਕਰਨਾ ਜੀ। ਦੁਤੀਆ ਮਾਲ ਕੌਸਕ ਆਲਾਪ ਹੈ, ਸੰਗ ਰਾਗਨੀ ਪੰਚਉ ਥਾਪ ਹੈ। ਗੋਡ ਕਰੀ, ਇੱਥੇ ਨਾਲ ਬਿੰਦੀ ਨਹੀਂ ਹੈ, ਗੋਡ ਕਰੀ ਪਾਠ ਹੈ। ਗੋਡ ਕਰੀ ਅਰ ਦੇਵ ਗੰਧਾਰੀ, ਗੰਧਾਰੀ ਸੀਹੁਤੀ ਉਚਾਰੀ। ਧਨਾਸਰੀ ਇਹ ਪੰਚਉ ਗਾਈ, ਮਾਲ ਰਾਗ ਕੌਸਕ ਸੰਗ ਲਾਈ। ਕੌਸਕ ਕਰਕੇ ਪਾਠ ਨਹੀਂ ਕਰਨਾ, ਕੌਸਕ ਪਾਠ ਕਰਨਾ ਹੈ। ਮਾਲ ਰਾਗ ਕੌਸਕ ਸੰਗ ਲਾਈ। ਮਾਰੂ ਮਸਤ ਅੰਗ ਮੇਵਾਰਾ, ਪ੍ਰਬਲ ਚੰਡ ਕੌਸਕ ਉਬਾਰਾ। ਕੌਸਕ ਇੱਥੇ ਵੀ ਕੌਸਕ ਪਾਠ। ਹਾਂਜੀ। ਖਾਓ ਖਾਟ ਔ ਭੌਰਾਨੰਦ ਗਾਏ,
ਅਸਟ ਮਾਲ ਕੌਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸਟ ਸੋਤ ਪੁਨ ਆਇਓ ਹਿੰਡੋਲ। ਆਇਓ ਇਹ ਪੂਰੇ ਅੱਖਰਾਂ ਦਾ ਉਚਾਰਨ ਕਰਕੇ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸਟ ਸੋਤ। ਉਠ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ। ਬਸੰਤੀ ਸੰਦੂਰ ਸੁਹਾਈ। ਸੰਦੂਰ ਦੱਦੇ ਦੇ ਨਾਲ ਪਾਠ ਹੈ, ਸੰਦੂਰ ਨਹੀਂ ਬੋਲਣਾ। ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਚੋ ਆਰਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ। ਸਰਸ ਬਾਨ ਔ ਆਹੇ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ। ਅਸਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ। ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾ ਮੋਦੀ ਆਓ ਗੂਜਰੀ ਸੰਗ ਦੀਪਕ ਕੇ ਥਾਪ। ਇੱਥੇ ਪਾਠੀ ਸਿੰਘ ਗਲਤੀ ਕਰ ਜਾਂਦੇ ਨੇ ਕਿ ਕਾਮੋਂ ਦੀਓ ਗੂਜਰੀ ਇਉਂ ਬੋਲ ਜਾਂਦੇ ਨੇ। ਕਾ ਮੋਦੀ ਕੱਕੇ ਦਾ ਕੰਨਾ ਵੀ ਪੂਰਾ ਬੋਲਣਾ ਤੇ ਆਓ ਨੂੰ ਬਿਲਕੁਲ ਵੱਖਰਾ ਕਰਕੇ ਬੋਲਣਾ। ਕਾ ਮੋਦੀ ਆਓ ਗੂਜਰੀ ਸੰਗ ਦੀਪਕ ਕੇ ਥਾਪ। ਕਾ ਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ। ਗੌਰਾ ਔ ਕਾਨਰਾ ਕਲਿਆਣਾ ਗੌਰਾ ਔ ਕਾਨਰਾ ਕਲਿਆਣਾ। ਅਸਟ ਪੁੱਤਰ ਦੀਪਕ ਕੇ ਜਾਨਾ ਸਭ ਮੇਲ ਸ੍ਰੀ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ। ਬਹਿਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ। ਆਸਾਵਰੀ ਇਹ ਪਹਿਲਾਂ ਵੀ ਬੇਨਤੀ ਕੀਤੀ ਸੀ ਆਸਾ ਰਾਗ ਵਿੱਚ ਜਦੋਂ ਆਸਾਵਰੀ ਕੇ ਸ਼ਬਦ ਆਏ ਸੀ। ਸੱਸੇ ਦੇ ਕੰਨੇ ਨੂੰ ਥੋੜਾ ਲਮਕਾ ਕੇ ਆਸਾਵਰੀ ਪਾਠ ਇਕੱਠਾ ਕਰਨਾ। ਆਸਾਵਰੀ ਇਉਂ ਬੋਲਣਾ ਆਸਾਵਰੀ। ਤਿਹ ਪਾਸ਼ਾ ਸਿੰਧਵੀ ਅਲਾਪੀ ਸ੍ਰੀ ਰਾਗ ਸਿਓ ਪੰਚੋ ਥਾਪੀ। ਸਾਲੂ ਸਾਰਗ ਸਾਗਰਾ ਔਰ ਗੋਡ ਗੰਭੀਰ। ਹਾਂ ਗੋਡ ਬਿੰਦੀ ਤੋਂ ਬਿਨਾ ਹੈ ਜੀ ਔਰ ਗੋਡ ਗੰਭੀਰ। ਅਸਟ ਪੁੱਤਰ ਸ੍ਰੀ ਰਾਗ ਕੇ ਗੋਂਡਾ ਕੁੰਭ ਹਮੀਰ। ਖਸਟਮ ਮੇਘ ਰਾਗ ਵੈ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ। ਸੋਰਠ ਗੋਡ ਮਲਾਰੀ ਧੁਨੀ। ਇੱਥੇ ਵੀ ਗੋਡ ਬਿੰਦੀ ਤੋਂ ਬਿਨਾ ਹੈ ਸੋਰਠ ਗੋਡ ਮਲਾਰੀ ਧੁਨੀ। ਪੁਨ ਗਾਵਹਿ ਆਸਾ ਗੁਣ ਗੁਨੀ ਊਚੈ ਸੁਰ ਸੂਹੋ ਪੁਨ ਕੀਨੀ। ਮੇਘ ਰਾਗ ਸਿਓ ਪੰਚੋ ਚੀਨੀ ਬੈਰਾ ਧਾਰ ਗਾਜ ਧਾਰ ਕੇਦਾਰਾ। ਜਬਲੀ ਧਾਰ ਨਾਟ ਔ ਜਲ ਧਾਰਾ। ਜਬਲੀ ਧਾਰ ਇਹ ਪਾਠ ਇਕੱਠਾ ਹੈ ਨਾਟ ਵੱਖਰਾ। ਜਬਲੀ ਧਾਰ ਨਾਟ ਔ ਜਲ ਧਾਰਾ। ਪੁਨ ਗਾਵਹਿ ਸ਼ੰਕਰ ਔ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ। ਖਸਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਾ। ਸਭੈ ਪੁੱਤਰ ਰਾਗਨ ਕੇ 18 10 20। ਖਸਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਾ। ਸਭੈ ਪੁੱਤਰ ਰਾਗਨ ਕੇ 18 10 20। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। आप आज पढ़े पढ़ते पढ़ते